नमस्कार, आदाब, सत श्री अकाल। हमदर्द टीवी देखने वाले सारे दर्शकों का स्वागत है प्रोग्राम ओपन हाउस विद टीम अरोड़ा दे नाल। मैं हां तरनजीत कौर घुम्मण हाज़र च लैके तुहाडा अपना प्रोग्राम गलबात करांगे रियल स्टेट के बारे। जीटीए रियल स्टेट के बारे में जानकारी लेना चाहुंदे हो, यह प्रोग्राम है तुहाडे लई, तुहानूं पूरी जानकारी दी जाएगी। घरां दीयां कीमतां तो लैके इस वक्त रेट ऑफ इंटरस्ट नूं लैके जो डिस्कशन हो रही है उहदे बारे तुहानूं जानकारी देवांगे। नवीं लिस्टिंग्स के बारे तुहानूं जानकारी देवांगे, नवे प्रोजैक्ट्स के बारे में जानकारी देवांगे। घर खरीदना या फिर बेचना चाह रहे हो उदों पहला साडा प्रोग्राम जरूर देखियो, काफ़ी गल्लां तुहाडे नाल असीं डिस्कस करांगे। नवीं जानकारी रियल स्टेट दे नाल जुड़ी हुई असीं इस प्रोग्राम दे विच तुहाडे नाल साझी करदे हां। जानकारी साडी साझी करन लई साडे नाल हमेशा दी तरह जुड़ चुके ने जी टीम अरोड़ा तो प्रवीण अरोड़ा जी ते शमशेर ढिल्लों जी। बहुत बहुत स्वागत है तुहाडे दोहां दा। तरन जी, मेरी बनियो हमदर्द दे सारे दर्शकों को प्यार भरी सत श्री अकाल जी। मेरे वालों भी हमदर्द दे सारे दर्शकों को प्यार भरी सत श्री अकाल जी। सर, मुस्कुराहट दस रही है कि इस वक्त रियल स्टेट की खेतर दे विच काफ़ी हलचल वेखण नूं मिली है इस हफ्ते दे विच। बिल्कुल जी, मार्केट दे विच काफ़ी जिवें कह सकते हैं आपां कि चेंजिज आ रही ने ते रेट ऑफ इंटरस्ट नूं लैके कहंदे काफ़ी नज़रां टिकियां होईयां सीगीयां इस वारी कि की करदी है बैंक ऑफ कैनेडा। ना राहत दित्ती है ना कोई झटका दिता है, पर पॉज जरूर कर दिता। हाँ जी, ओवरनाइट लैंडिंग रेट जिहड़ा है उन्होंने 4.5 ते ही उन्होंने स्थिर रखा है और जिहड़ा प्राइम रेट है 6.7 ते ही रहा है। सो ਇਹਦੇ ਨਾਲ ਜਿਹੜੀ ਇੱਕ ਕਿਆਸ ਰਾਈ ਲਾਈ ਜਾ ਰਹੀ ਸੀ ਕਿ ਸ਼ਾਇਦ ਨਹੀਂ ਵਧੇਗਾ, ਉਹ ਸੱਚ ਸਾਬਤ ਹੋਈ ਹੈ ਜੀ। ਔਰ ਇਹ ਵੀ ਇੰਡੀਕੇਸ਼ਨ ਹੈ ਕਿ ਮਾਰਕੀਟ ਜਿਹੜੀ ਹੈ ਜ਼ਿਆਦਾ ਸਟੇਬਿਲਿਟੀ ਵੱਲ ਵੱਧ ਰਹੀ ਹੈ। ਜਿਵੇਂ ਆਪਾਂ ਅੱਗੇ ਚੱਲ ਕੇ ਵੀ ਗੱਲ ਕਰਾਂਗੇ ਕਿ ਜਿਹੜਾ ਟ੍ਰੈਂਡ ਸੀਗਾ ਰੌਕ ਬਾਟਮ, ਪਿਛਲੇ ਹਫਤੇ ਆਪਾਂ ਗੱਲ ਕਰ ਰਹੇ ਸੀਗੇ ਕਿ ਕੀ ਮਾਰਕੀਟ ਰੌਕ ਬਾਟਮ ਟੱਚ ਕਰ ਗਈ ਹੈ। ਹੁਣ ਲੱਗ ਰਿਹਾ ਕਿ ਜੋ ਸਟੈਟਸ ਆ ਰਹੇ ਨੇ ਔਰ ਜੋ ਮਾਰਕੀਟ ਦੇ ਵਿੱਚ ਐਕਟੀਵਿਟੀ ਹੋ ਰਹੀ ਹੈ ਉਹਦੇ ਮੁਤਾਬਕ ਜਿਹਨੂੰ ਆਪਾਂ ਕਹਿੰਦੇ ਆ ਨਾ ਜੀ ਮੋੜਾ ਪੈ ਗਿਆ ਹੈ। ਸੋ ਉਹ ਅੱਗੇ ਚੱਲ ਕੇ ਆਪਾਂ ਹੋਰ ਇਹਦੇ ਬਾਰੇ ਗੱਲਬਾਤ ਕਰਦੇ ਹਾਂ। ਰੇਟ ਆਫ ਇੰਟਰਸਟ ਨੂੰ ਪੌਜ਼ ਰੱਖਣ ਦਾ ਰੀਅਲ ਸਟੇਟ ਦੀ ਮਾਰਕੀਟ ਦੇ ਉੱਤੇ ਕੋਈ ਪੋਜ਼ਿਟਿਵ ਜਾਂ ਕੋਈ ਨੈਗੇਟਿਵ ਕੀ ਇੰਪੈਕਟ ਪਿਆ? तरन जी, इस चीज़ का डेफिनेटली रियल स्टेट मार्केट के उत्ते पॉजिटिव इंपैक्ट पएगा, नैगेटिव का तो कोई मतलब ही नहीं है। क्योंकि जे आप देखिए पिछले कुछ टाइम तो पिछले 1-1.5 महीने तो ऑलरेडी मार्केट के विच काफ़ी कॉन्फिडेंस आपां नूं देखण तो आ रहा सीगा। जिवें कि आपां तुहानूं याद होना कि आपां पिछले 4-5 महीनों तो एक गल कर रहे सीगे, बड़े जिवें कह लो कि अलग-अलग तरह के न्यूज़ भी सीगियां। ਉਹ ਨਿਊਜ਼ ਦੇ ਬਾਵਜੂਦ ਵੀ ਮੈਂ ਹਮੇਸ਼ਾ ਇੱਕ ਗੱਲ ਕਹਿੰਦਾ ਹੁੰਦਾ ਸੀਗਾ ਕਿ ਮੈਨੂੰ ਨਹੀਂ ਲੱਗ ਰਿਹਾ ਕਿ ਜੀਟੀਏ ਦੀ ਮਾਰਕੀਟ ਦੇ ਵਿੱਚ ਪ੍ਰਾਈਸਿਸ ਹੋਰ ਥੱਲੇ ਜਾ ਸਕਦੇ ਨੇ। ਕਿਉਂਕਿ ਜਦੋਂ ਅਸੀਂ ਰੋਜ਼ ਗਰਾਊਂਡ ਤੇ ਕੰਮ ਕਰਦੇ ਹਾਂ ਅਸੀਂ ਦੇਖਦੇ ਸੀ, ਮੈਨੂੰ ਕੋਈ ਲੌਜਿਕ ਨਹੀਂ ਸੀ ਸਮਝ ਆ ਰਿਹਾ ਹੈਗਾ। ਮਤਲਬ ਨਾ ਤਾਂ ਮੇਰੀ ਇਕਨੋਮੀ ਦੀ ਬੈਕਗ੍ਰਾਉਂਡ ਹੈ ਤੇ ਨਾ ਹੀ ਮੈਂ ਇਹਦੇ ਬਾਰੇ ਕੋਈ ਇੰਨਾ ਜ਼ਿਆਦਾ ਜਾਣਦਾ ਇਹਨਾਂ ਚੀਜ਼ਾਂ ਬਾਰੇ। ਪਰ ਮੈਂ ਜਿਵੇਂ ਕਹ ਲਓ ਲੇਮੈਨ ਦੀ ਤਰ੍ਹਾਂ ਜਦੋਂ ਦੇਖਦਾ ਸੀ ਮਾਰਕੀਟ ਨੂੰ, ਜਿੰਨਾ ਕੁ ਮਾਰਕੀਟ ਦੇ ਵਿੱਚ ਡਿਮਾਂਡ ਸੀ ਔਰ ਜਿਹੜੀ ਮਾਰਕੀਟ ਦੇ ਵਿੱਚ ਸਪਲਾਈ ਸੀਗੀ, ਉਹ ਨੰਬਰਸ ਕਿਤੇ ਵੀ ਮੈਚ ਨਹੀਂ ਸੀ ਕਰਦੇਗੇ ਡਿਮਾਂਡ ਤੇ ਸਪਲਾਈ ਦੇ। ਔਰ ਜਿਵੇਂ ਆਪਾਂ ਗੱਲ ਕਰੀਏ 2022 ਦੇ ਵਿੱਚ ਜਦੋਂ ਕਿ ਪ੍ਰਾਈਸਿਸ ਉੱਪਰ ਜਾ ਗਏ ਨੇ, ਮਤਲਬ 3 ਮਹੀਨਿਆਂ ਦੇ ਵਿੱਚ ਜਨਵਰੀ, ਫਰਵਰੀ ਤੇ ਮਾਰਚ ਦੇ ਵਿੱਚ, ਜਿਹਦੇ ਚ ਕਿ 20 ਤੋਂ 25% ਮਾਰਕੀਟ ਉੱਪਰ ਗਈ ਆ। ਉਹਦਾ ਸਭ ਤੋਂ ਜਿਹੜਾ ਵੱਡਾ ਕਾਰਨ ਸੀ, ਉਹ ਕਾਰਨ ਹੀ ਲੋ ਇਨਵੈਂਟਰੀ ਸੀ ਕਿ ਮਾਰਕੀਟ ਦੇ ਵਿੱਚ ਸਪਲਾਈ ਬਹੁਤ ਘੱਟ ਸੀਗੀ। ਔਰ ਜੇ ਉਸ ਤੋਂ ਆਪਾਂ ਪਿਛਲੇ 2-3 ਮਹੀਨੇ ਦੇਖੀਏ, ਉਹਦਾ ਵੀ ਸਭ ਤੋਂ ਵੱਡਾ ਕਾਰਨ ਉਹੀ ਸੀਗਾ ਜੀ। ਔਰ ਉਹ ਸੇਮ ਚੀਜ਼ ਮੈਂ ਬਾਰ-ਬਾਰ ਕਹਿ ਰਿਹਾ ਸੀ ਕਿ ਦੁਬਾਰਾ ਰਿਪੀਟ ਹੋ ਰਹੀ ਹੈ ਮਾਰਕੀਟ ਦੇ ਵਿੱਚ। ਜਦੋਂ ਸੇਮ ਚੀਜ਼ ਰਿਪੀਟ ਹੋ ਰਹੀ ਹੈ ਤਾਂ ਉਹਦੇ ਇੰਪੈਕਟ ਨੂੰ ਤੁਸੀਂ ਕਿੰਨਾ ਕੁ ਚੇਂਜ ਕਰ ਲਓਗੇ। ਨੋ ਡਾਊਟ ਗਵਰਨਮੈਂਟ ਨੇ ਇੰਟਰਸਟ ਰੇਟ ਵਧਾਏ, ਠੀਕ ਹੈ ਜੀ, ਲੋਕਾਂ ਦੇ ਲਈ ਕਾਫੀ ਜ਼ਿਆਦਾ ਪ੍ਰੋਬਲਮਾਂ ਖੜੀਆਂ ਹੋਈਆਂ ਇੰਟਰਸਟ ਰੇਟ ਵਧਣ ਦੇ ਨਾਲ। ਔਰ ਜਿੱਦਾਂ ਅੱਜ ਵੀ ਮੇਰੇ ਨਾਲ ਇੱਕ ਕਿਸੇ ਬੈਂਕ ਦੇ ਸੀਨੀਅਰ ਮੈਨੇਜਰ ਬੈਠੇ ਸੀ, ਉਹ ਮੇਰੇ ਨਾਲ ਗੱਲ ਕਰ ਰਹੇ ਸੀਗੇ ਕਿ ਲੋਕਾਂ ਦੀ ਫਾਈਨੈਂਸ਼ੀਅਲ ਸਿਚੁਏਸ਼ਨ ਹੈ ਜਿਹੜੀ ਉਹ ਕਿ ਬਹੁਤ ਹੀ ਵਧੀਆ ਨਹੀਂ ਹੈ, ਕਿਉਂਕਿ ਪੇਮੈਂਟਸ ਬਹੁਤ ਜ਼ਿਆਦਾ ਨੇ। ਬਟ पेमेंट्स ज़्यादा होना एक अलग चीज़ आ, पर घरां दी जिहड़ी नसैसिटी आ बंदे लई वो एक सब तो वड्डा फैक्टर है। ਤੁਸੀਂ ਜਿਵੇਂ ਇਹਦੇ ਬਾਰੇ ਗੱਲ ਕੀਤੀ ਆ, ਅਸੀਂ ਜੇ ਓਵਰਆਲ ਕੈਨੇਡਾ ਨੂੰ ਲੈ ਕੇ ਚੱਲੀਏ ਤਾਂ ਕੈਨੇਡਾ ਦੇ ਮੁਕਾਬਲੇ ਜੀਟੀਏ ਦੀ ਮਾਰਕੀਟ ਹਮੇਸ਼ਾ ਆਪੋਜ਼ਿਟ ਚੱਲਦੀ ਆ। ਅੱਜ ਵੀ ਜੋ ਲੇਟੈਸਟ ਆંકੜੇ ਸਾਹਮਣੇ ਆਏ ਨੇ ਉਹ ਵੀ ਇਹੀ ਕਹਿ ਰਹੀ ਹੈ ਕਿ ਜੇ ਕੈਨੇਡਾ ਦੇ ਵਿੱਚ ਬਾਕੀ ਪਾਸੇ ਘਰਾਂ ਦੀਆਂ ਕੀਮਤਾਂ ਸਥਿਰ ਰਹਿਣਗੀਆਂ ਜਾਂ ਘਟਣਗੀਆਂ, ਜੀਟੀਏ ਦੀ ਮਾਰਕੀਟ ਦੇ ਵਿੱਚ ਜੰਪ ਦੇਖਣ ਨੂੰ ਮਿਲੂਗਾ। ਸੋ ਚਾਹੇ ਜੀਟੀਏ ਦੀ ਅਸੀਂ ਗੱਲ ਕਰੀਏ ਤਾਂ ਜੀਟੀਏ ਦੀ ਮਾਰਕੀਟ ਇੰਨੀ ਜ਼ਿਆਦਾ ਇੰਪੈਕਟ ਕਿਉਂ ਪਾ ਰਹੀ ਹੈ ਪੂਰੀ ਕੈਨੇਡਾ ਦੀ? ਜੇ ਅਸੀਂ ਗੱਲ ਕੀਤੀ ਜਾਵੇ, ਵੈਨਕੂਵਰ ਵੀ ਇੱਕ ਬਹੁਤ ਵੱਡਾ ਸ਼ਹਿਰ ਆ BC ਵੱਲ ਦੇਖਿਆ ਜਾਵੇ, ਪਰ ਜੀਟੀਏ ਜਿਹੜਾ ਆ ਉਹ ਵੱਖਰਾ ਹੀ ਚੱਲ ਰਿਹਾ ਇਸ ਵਕਤ ਕੈਨੇਡਾ ਨਾਲੋਂ। ਜੀਟੀਏ ਦੀ ਮਾਰਕੀਟ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਕਾਰਨ ਆ ਉਹੀ ਹੈ ਆਪਣੇ ਤਰ੍ਹਾਂ ਜੀ ਸਪਲਾਈ ਤੇ ਡਿਮਾਂਡ ਦਾ ਫਾਰਮੂਲਾ, ਕਿ ਜਿੰਨੀ ਜੀਟੀਏ ਦੇ ਵਿੱਚ ਡਿਮਾਂਡ ਆ ਉਹਦੇ ਹਿਸਾਬ ਨਾਲ ਸਪਲਾਈ ਨਹੀਂ ਹੈ। ਹੁਣ ਤੁਸੀਂ ਇੱਕ ਚੀਜ਼ ਦੇਖੋ, ਜੇ ਮੈਂ ਗੱਲ ਕਰਾਂ ਅੱਜ ਤੋਂ 7-8 ਮਹੀਨੇ ਪਹਿਲਾਂ, 7-8 ਮਹੀਨੇ ਪਹਿਲਾਂ ਜਦੋਂ ਮਾਰਕੀਟ ਸੀ, ਲੋਕੀ ਸਾਰੇ ਜਣੇ ਇਹ ਗੱਲ ਕਰ ਰਹੇ ਸੀਗੇ ਕਿ ਹਾਂਜੀ ਮਤਲਬ ਮਾਰਕੀਟ ਜਿਵੇਂ ਇੱਕਦਮ ਜੀ ਖਤਮ ਹੋ ਜਾਏਗੀ, ਜਿਵੇਂ ਕਹ ਲਓ ਕਿ ਦੁਬਾਰਾ ਘਰ ਤਾਂ ਮਤਲਬ ਆ ਹੀ ਨਹੀਂ ਸਕਦੇਗੇ। ਬਟ
ਆਪਾਂ ਇੱਕ ਚੀਜ਼ ਇਹ ਦੇਖੀ ਕਿ ਜਿਹੜੀ ਆਦਮੀ ਦੀ ਜ਼ਰੂਰਤ ਆ, ਹਿਊਮਨ ਦੀ ਜ਼ਰੂਰਤ ਆ, ਔਰ ਖਾਸ ਕਰਕੇ ਜਿਹੜਾ ਕੈਨੇਡਾ ਵਰਗਾ ਕੰਟਰੀ ਹੈ, ਤੇ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਕਿ ਇੱਥੇ ਤੁਸੀਂ ਇਹ ਨਹੀਂ ਹੈ ਵੀ ਜਿੱਦਾਂ ਦਾ ਮਰਜ਼ੀ ਘਰ ਬਣਾ ਕੇ ਰਹਿ ਲਓਗੇ, ਉਹਦੇ ਤੁਹਾਨੂੰ ਇੱਕ ਸਰਟਨ ਚੀਜ਼ਾਂ ਦੀ ਬਹੁਤ ਜ਼ਰੂਰਤ ਆ। ਵੈਦਰ ਕੰਡੀਸ਼ਨਸ ਇਹ ਜੀਆਂ ਨੇ, ਰੈਗੂਲੇਟਰੀ ਬਾਡੀ ਦੀਆਂ ਰਿਕੁਆਇਰਮੈਂਟਸ ਨੇ ਸਰਟਨ ਚੀਜ਼ਾਂ ਤੁਹਾਡੀਆਂ ਕਰਨ ਦੇ ਲਈ, ਸੇਫਟੀ ਕਰਕੇ। ਮਤਲਬ ਉਹ ਚੀਜ਼ਾਂ ਦਾ ਬਣਨਾ ਇੱਕ ਪ੍ਰੋਸੈਸ ਆ, ਘਰਾਂ ਦਾ ਬਣਨਾ, ਉਹ ਚੀਜ਼ਾਂ ਨੂੰ ਜਿਹੜੀ ਡਿਮਾਂਡ ਆ ਉਹਨੂੰ ਪੂਰਾ ਕਰਨਾ। ਨਾ ਤਾਂ ਸਾਨੂੰ ਮਾਰਕੀਟ ਚੋਂ ਡਿਮਾਂਡ ਪੂਰੀ ਹੋਈ ਨਜ਼ਰ ਆ ਰਹੀ ਸੀਗੀ, ਔਰ ਜਿਵੇਂ ਡੇ ਬਾਈ ਡੇ ਪਾਪੂਲੇਸ਼ਨ ਆਪਣੀ ਵੱਧ ਰਹੀ ਆ, ਨਵੇਂ ਤੋਂ ਨਵੇਂ ਲੋਕ ਆ ਰਹੇ ਨੇ, ਪਾਪੂਲੇਸ਼ਨ ਆਪਣੀ ਵੱਧ ਰਹੀ ਆ, ਇਹ ਚੀਜ਼ ਮਤਲਬ ਪੋਸੀਬਲ ਹੀ ਨਹੀਂ ਸੀ ਸਾਨੂੰ ਲੱਗਦੀ ਕਿ ਇਹ ਜਿਹੜੀ ਮਾਰਕੀਟ ਆ ਇਸ ਤੋਂ ਵੀ ਹੋਰ ਥੱਲੇ ਚਲੀ ਜਾਵੇ। ਆਪਾਂ ਹੁਣੀ ਅੰਕੜਿਆਂ ਦੀ ਵੀ ਗੱਲ ਕਰ ਰਹੇ ਸੀ, ਆਪਾਂ ਅੰਕੜੇ ਵੀ ਦੇਖ ਰਹੇ ਸੀ ਕਿ ਲਗਭਗ 4 ਲੱਖ ਲੋਕ ਜਿਹੜੇ ਆ ਪਿਛਲੇ ਕੁਝ ਸਾਲਾਂ ਦੇ ਵਿੱਚ ਓਨਟਾਰੀਓ ਨੂੰ, ਖਾਸ ਤੌਰ ਤੇ ਜੀਟੀਏ ਨੂੰ ਛੱਡ ਕੇ ਜਾ ਚੁੱਕੇ ਨੇ। ਫਿਰ ਵੀ ਜੇ ਇੰਪੈਕਟ ਦੀ ਗੱਲ ਕੀਤੀ ਜਾਵੇ, ਕੀ ਰੀਜ਼ਨ ਰਿਹਾ ਕਿ ਛੱਡ ਕੇ ਜਾਣ ਦਾ? ਤੇ ਦੂਜੀ ਗੱਲ ਹੈਗੀ ਹੈ, ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਵੀ ਆਲਰੇਡੀ ਬਹੁਤ ਜ਼ਿਆਦਾ ਇੰਪੈਕਟ ਪੈ ਰਿਹਾ ਵਾ, ਇਹਦਾ ਇੰਪੈਕਟ ਕਿੰਨਾ ਕੁ ਪਿਆ? ਇਹਦੇ 'ਚ ਦੇਖੋ ਸਭ ਤੋਂ ਵੱਡਾ ਪਾਰਟ ਪਲੇ ਕੀਤਾ ਜੀ ਕੋਵਿਡ ਨੇ। ਕੋਵਿਡ ਨੇ ਜਦੋਂ ਪਾਰਟ ਪਲੇ ਕੀਤਾ, ਕੋਵਿਡ ਕਰਕੇ ਕਾਫੀ ਜਿਹੜੇ ਮਤਲਬ ਜੌਬ ਸੀਗੇ ਜਿਹੜੇ ਲੋਕੀ ਘਰੋਂ ਕਰਨ ਲੱਗ ਗਏ ਸੀਗੇ, ਉਹਦੇ ਕਰਕੇ ਕਾਫੀ ਲੋਕੀ ਜਿਹੜੇ ਨੇ ਆਊਟ ਆਫ ਜੀਟੀਏ ਤੋਂ ਬਾਹਰ ਮੂਵ ਹੋ ਗਏ ਸੀਗੇ। ਉਹਨਾਂ ਨੂੰ ਐਂ ਲੱਗਿਆ ਵੀ ਸਾਨੂੰ ਉੱਥੇ ਸਸਤਾ ਘਰ ਮਿਲ ਜਾਂਦਾ, ਵੱਡੀ ਜਗ੍ਹਾ ਮਿਲ ਜਾਂਦੀ ਆ, ਅਫੋਰਡੇਬਿਲਟੀ ਦੇ ਵਿੱਚ ਆ, ਉਹ ਉੱਥੇ ਮੂਵ ਕਰ ਗਏ। ਔਰ ਕਾਫੀ ਲੋਕ ਪਿੱਛੇ ਜੇ ਅਲਬਰਟਾ 'ਚ ਵੀ ਮੂਵ ਕੀਤੇ ਸੀਗੇ, ਹਜੇ ਵੀ ਅਲਬਰਟਾ 'ਚ ਲੋਕ ਜਾ ਰਹੇ ਆ, ਪਰ ਹੁਣ ਪਹਿਲਾਂ ਨਾਲੋਂ ਕਾਫੀ ਘੱਟ ਨੇ। ਪਰ ਇੱਕ ਟਾਈਮ ਤੇ ਉਦੋਂ ਅਲਬਰਟਾ 'ਚ ਵੀ ਲੋਕੀ ਕਾਫੀ ਮੂਵ ਕੀਤੇ ਸੀਗੇ। ਕੈਨੇਡਾ ਦੇ ਵਿੱਚ ਇਹ ਜਿਹੜੀ ਚੀਜ਼ ਆ, ਇੱਕ ਥਾਂ ਤੋਂ ਦੂਜੀ ਥਾਂ ਤੇ ਜ਼ਿਆਦਾ ਮੂਵ ਹੋਣਾ ਇੰਨਾ ਜ਼ਿਆਦਾ ਕਾਮਨ ਨਹੀਂ। ਹਾਲਾਂਕਿ ਯੂਐਸਏ ਦੇ ਵਿੱਚ ਇਹ ਬੜੀ ਕਾਮਨ ਚੀਜ਼ ਆ, ਲੋਕੀ ਇੱਕ ਸਟੇਟ ਤੋਂ ਦੂਜੀ ਸਟੇਟ ਦੇ ਵਿੱਚ ਬੜਾ ਮਤਲਬ ਫ੍ਰੀਕੁਐਂਟਲੀ ਮੂਵ ਕਰਦੇ ਨੇ। ਜਿੱਦਾਂ ਆਪਾਂ ਇੱਥੇ ਗੱਲ ਕਹਿੰਦੇ ਆ ਕਿ ਇੱਥੇ ਐਵਰੇਜ ਆਦਮੀ ਕੈਨੇਡਾ ਦੇ ਵਿੱਚ ਜਿਵੇਂ ਕਹ ਲਓ ਕਿ 4 ਤੋਂ 5 ਘਰ ਬਾਏ ਕਰਦਾ, ਮੈਨੂੰ ਲੱਗਦਾ ਕਿ ਯੂਐਸ ਦੇ ਵਿੱਚ ਐਵਰੇਜ ਫੈਮਿਲੀ 2 ਤੋਂ 3 ਵਾਰ ਮੂਵ ਕਰਦੀ ਹੈ ਇੱਕ ਸਟੇਟ ਤੋਂ ਦੂਜੀ ਸਟੇਟ ਦੇ ਵਿੱਚ। ਮਤਲਬ ਜੋ ਉੱਥੋਂ ਦਾ ਉਹ ਕੀ ਹੈ ਕਿ ਕੋਵਿਡ ਕਰਕੇ ਲੋਕਾਂ ਨੂੰ ਇਹ ਲੱਗਿਆ ਸੀ ਕਿ ਵੀ ਸ਼ਾਇਦ ਉਹਨਾਂ ਨੂੰ ਹੁਣ ਘਰੋਂ ਹੀ ਕੰਮ ਕਰਨਾ ਹੋਏਗਾ। ਹਾਲਾਂਕਿ ਇੱਕ ਚੀਜ਼ ਹੋਰ ਵੀ ਹੋ ਰਹੀ ਹੈ, ਜਿਹੜੇ ਲੋਕੀ ਬਾਹਰ ਮੂਵ ਕੀਤੇ ਸੀ, ਅਸੀਂ ਇਹ ਵੀ ਦੇਖ ਰਹੇ ਹਾਂ ਕਿ ਉਹ ਵਾਪਸ ਵੀ ਆ ਰਹੇ ਨੇ ਹੁਣ ਦੁਬਾਰਾ ਫਿਰ, ਮਤਲਬ ਉਹਨਾਂ ਚੋਂ ਵਾਪਸ ਵੀ ਆ ਰਹੇ ਆ। ਔਰ ਕਈ ਲੋਕ ਇਹ ਹੈ ਕਿ ਵਾਪਸ ਆਉਣ ਦੀ ਬਜਾਏ, ਕਿਉਂਕਿ ਉੱਥੇ ਅਫੋਰਡੇਬਿਲਟੀ ਬਣੀ ਹੋਈ ਆ, ਉਹ ਜੀਟੀਏ ਦੇ ਵਿੱਚ ਕੰਮ ਕਰਨ ਵਾਸਤੇ ਆਉਂਦੇ ਆ, ਉਹ ਕਮਿਊਟ ਵੀ ਕਰਦੇ ਆ। ਉਹਦੇ ਜਿਹੜਾ ਸਭ ਤੋਂ ਵੱਡਾ ਰੀਜ਼ਨ ਆ ਉਹ ਮੈਨੂੰ ਲੱਗ ਰਿਹਾ ਕਿ ਜੀਟੀਏ ਦੇ ਪ੍ਰਾਈਸਿਸ ਤੇ ਜਿਹੜਾ ਲੋਕਾਂ ਨੂੰ ਜਿਵੇਂ ਕਹ ਲਓ ਕਿ ਘਰੋਂ ਕੰਮ ਕਰਨ ਵਾਲੀ ਆਪਸ਼ਨ ਸੀਗੀ, ਉਹਨੇ ਪਾਰਟ ਪਲੇ ਕੀਤਾ ਸੀ ਕਿ ਲੋਕੀ ਕਾਫੀ ਜ਼ਿਆਦਾ ਬਾਹਰ ਮੂਵ ਹੋਏ। ਘਰਾਂ ਦੀਆਂ ਕੀਮਤਾਂ ਦੀ ਜੇ ਇਸ ਵਕਤ ਗੱਲ ਕੀਤੀ ਜਾਵੇ, ਇੰਟਰਸਟ ਰੇਟ ਨੇ ਜਿਸ ਤਰੀਕੇ ਦੇ ਨਾਲ ਪੌਜ਼ ਇਸ ਵਕਤ ਲੈ ਲਿਆ ਵਾ, ਤਾਂ ਅਜਿਹੇ ਦੇ ਵਿੱਚ ਤੁਹਾਨੂੰ ਕੀ ਲੱਗ ਰਿਹਾ ਘਰਾਂ ਦੀਆਂ ਕੀਮਤਾਂ ਕਿੱਧਰ ਨੂੰ ਜਾ ਰਹੀਆਂ ਓਵਰਆਲ ਕੈਨੇਡਾ ਦੇ ਮੁਕਾਬਲੇ? ਜੇ ਮੈਂ ਜੀਟੀਏ ਦੀ ਗੱਲ ਕਰਾਂ ਤਾਂ ਆਪਾਂ ਪਿਛਲੇ ਹਫਤੇ ਵੀ ਸਟੈਟ ਕਲੀਅਰ ਜਿਹੜੇ ਨੇ ਸ਼ੇਅਰ ਕੀਤੇ ਸੀਗੇ ਤਰਨ ਜੀ, ਕਿ ਪ੍ਰਾਈਸਸ ਜਿਹੜੀਆਂ ਨੇ, ਜੇ ਆਪਾਂ ਫਰਵਰੀ ਦੀਆਂ ਪ੍ਰਾਈਸਸ ਮਾਰਚ ਦੀਆਂ ਪ੍ਰਾਈਸਸ ਦੇ ਨਾਲ ਕੰਪੇਅਰ ਕਰੀਏ ਤਾਂ ਤਕਰੀਬਨ 2% ਮਾਰਚ ਦੀਆਂ ਪ੍ਰਾਈਸਸ ਉੱਪਰ ਗਈਆਂ ਸੀ, ਜੇ ਆਪਾਂ ਟੋਰਾਂਟੋ ਰੀਅਲ ਸਟੇਟ ਬੋਰਡ ਦੀ ਗੱਲ ਕਰੀਏ ਤਾਂ। ਸੋ ਉਹ ਡਾਇਰੈਕਟ ਇੰਡੀਕੇਸ਼ਨ ਹੈ ਕਿ ਜਨਵਰੀ ਦੇ ਵਿੱਚ ਵੀ ਥੋੜਾ ਜਿਹਾ ਜਿਹੜਾ ਜਨਵਰੀ ਤੋਂ ਫਰਵਰੀ ਦੀਆਂ ਪ੍ਰਾਈਸਸ ਦੇ ਵਿੱਚ ਵੀ ਇਨਕਰੀਜ਼ ਆਇਆ ਸੀ, ਪਰ ਉਹ ਬਿਲਕੁਲ ਨੈਗਲੀਜੀਬਲ ਇਨਕਰੀਜ਼ ਸੀਗਾ। ਲੇਕਿਨ ਫਰਵਰੀ ਤੋਂ ਮਾਰਚ ਦੀਆਂ ਪ੍ਰਾਈਸਸ 2% ਵੱਧ ਗਈਆਂ, ਔਰ ਜੋ ਐਵਰੇਜ ਸੇਲ ਪ੍ਰਾਈਸ ਹੈਗੀ ਆ ਉਹਨੂੰ ਦੇਖੀਏ ਤਾਂ 2% ਇੱਕ ਸਿਗਨੀਫੀਕੈਂਟ ਅਮਾਉਂਟ ਬਣ ਜਾਂਦਾ ਆ। ਸੋ ਇਹ ਟ੍ਰੈਂਡ ਜਿਹੜਾ ਆ ਹੁਣ ਮਾਰਚ ਤੋਂ ਅਪ੍ਰੈਲ ਦੀਆਂ ਪ੍ਰਾਈਸਸ ਦੇ ਵਿੱਚ ਵੀ ਸਾਨੂੰ ਦੇਖਣ ਨੂੰ ਮਿਲੇਗਾ। 5-6 ਜਿਹੜੀ ਮਈ ਆ ਉਦੋਂ ਸਟੈਟਸ ਆ ਜਾਣਗੇ ਮਾਰਚ ਦੇ ਵੀ, ਸੌਰੀ ਅਪ੍ਰੈਲ ਦੇ ਵੀ, ਤੇ ਫਿਰ ਆਪਾਂ ਉਹਦੇ ਤੋਂ ਜ਼ਿਆਦਾ ਕਲੀਅਰ ਪਿਕਚਰ ਇੱਕ ਲੈ ਸਕਦੇ ਹਾਂ। ਪਰ ਡੈਫੀਨਿਟਲੀ ਜੋ ਟ੍ਰੈਂਡ ਚੱਲ ਰਿਹਾ ਉਹਦੇ 'ਚ ਇਹ ਜ਼ਰੂਰ ਹੋਏਗਾ ਕਿ ਪ੍ਰਾਈਸਸ ਜਿਹੜੀਆਂ ਨੇ ਉਹ ਉੱਪਰ ਵੱਲ ਹੀ ਜਾਣਗੀਆਂ, ਘਟਣ ਦੀਆਂ ਜਾਂ ਸਥਿਰ ਹੋਣ ਦੀ ਕੋਈ ਚਾਂਸਸ ਨਜ਼ਰ ਨਹੀਂ ਆਉਂਦੇ ਮੈਨੂੰ। ਇਹ ਲੱਗ ਰਿਹਾ ਤਰਨ ਜੀ ਕਿ ਹਾਲਾਂਕਿ ਸਟੈਟਸ ਤਾਂ ਨਹੀਂ ਅਸੀਂ ਦੇਖੇਗੇ, ਪਰ ਜਿੱਦਾਂ ਕਿ ਅਸੀਂ ਮਾਰਕੀਟ 'ਚ ਜਿੱਥੇ ਅਸੀਂ ਕੰਮ ਕਰਦੇ ਆ, ਜੇ ਮੈਂ ਗਲਤ ਨਾ ਹੋਵਾਂ ਤਾਂ ਮੈਨੂੰ ਲੱਗ ਰਿਹਾ ਢਿੱਲੋਂ ਸਾਹਿਬ ਕਿ ਉਹਦੇ ਜਿਵੇਂ ਅਪ੍ਰੈਲ ਦਾ ਮੰਥ ਆ ਜਿਹੜਾ ਮਾਰਚ ਦੇ ਨਾਲੋਂ ਘੱਟੋ ਘੱਟ 2-3% ਦਾ ਡਿਫਰੈਂਸ ਹੋਇਆ। ਡੈਫੀਨਿਟਲੀ ਤੁਸੀਂ ਜਿਵੇਂ ਡਿਫਰੈਂਸ ਦੀ ਗੱਲ ਆਖੀ ਹੈ ਸਰ, ਥੋੜਾ ਜਿਹਾ ਆਪਾਂ ਜੇ ਸਟੈਟਸ ਦੀ ਗੱਲ ਕਰੀਏ, ਲਿਸਟਿੰਗ ਦੀ ਤੁਸੀਂ ਗੱਲ ਕੀਤੀ ਸੀਗੀ ਕਿ ਲਿਸਟਿੰਗ ਦੇ ਉੱਤੇ ਬਹੁਤ ਇੰਪੈਕਟ ਪਿਆ ਵਾ। ਲਿਸਟਿੰਗ ਘੱਟ ਹੋਣ ਦੇ ਬਾਵਜੂਦ ਵੀ ਜਿਹੜਾ ਹਜੇ ਵੀ ਮਾਰਕੀਟ 'ਚ ਹਲਚਲ ਚੱਲ ਰਹੀ ਹੈ, ਹੁਣ ਦੀ ਲਿਸਟਿੰਗ ਦੀ ਗੱਲ ਕੀਤੀ ਜਾਵੇ ਤਾਂ ਕਿੱਧਰ ਨੂੰ ਜਾ ਰਹੀ ਹੈ ਲਿਸਟਿੰਗ ਦੇਖੋ ਜਿਹੜੇ ਕੁਝ ਸਟੈਟਸ ਨੇ ਜੀ ਆਪਣੇ ਮਾਰਚ ਦੇ ਮਹੀਨੇ ਦੇ ਵਿੱਚ ਫੈਬਰੂਰੀ ਦੇ ਨਾਲੋਂ ਜਿਹੜਾ ਲਿਸਟਿੰਗ ਦਾ ਨੰਬਰ ਆ ਜੀ ਜੀਟੀਏ ਦੇ ਵਿੱਚ ਉਹ ਤਕਰੀਬਨ 34% ਉੱਪਰ ਗਿਆ। ਜਿਹੜਾ ਲਿਸਟਿੰਗਸ ਦਾ ਨੰਬਰ ਆ, ਲਿਸਟਿੰਗਸ ਜ਼ਿਆਦਾ ਆਈਆਂ ਨੇ ਮਾਰਕੀਟ 34% ਜੀ, ਬਟ ਐਟ ਦਾ ਸੇਮ ਟਾਈਮ ਸੇਲਸ 44% ਵੱਧ ਗਈਆਂ ਜੀ। ਓਕੇ, ਸੋ ਇਸ ਕਰਕੇ ਤੁਹਾਨੂੰ ਉਹ ਲਿਸਟਿੰਗ ਦਾ ਇੰਪੈਕਟ ਮਾਰਕੀਟ 'ਚ ਨਜ਼ਰ ਹੀ ਨਹੀਂ ਆਉਣਾ। ਜੋ ਐਕਚੁਅਲ ਲਿਸਟਿੰਗ ਸੀ 10% ਉਦੋਂ ਹੋਰ ਥੱਲੇ ਆ ਗਈਆਂ। ਓਕੇ, ਸੋ ਇਸ ਕਰਕੇ ਲਿਸਟਿੰਗ ਜਿਹੜੀਆਂ ਆਈਆਂ ਸੀ 34%, ਇੱਕ ਤਾਂ ਉਹ ਵਿਕ ਗਈਆਂ,
ਠੀਕ ਹੈ ਜੀ, ਔਰ 10% ਜਿਹੜੀ ਐਗਜ਼ਿਸਟਿੰਗ ਇਨਵੈਂਟਰੀ ਸੀ ਉਹਦੇ ਚੋਂ ਵੀ ਵਿਕ ਗਈਆਂ। ਤਾਂ ਕਹਿਣ ਦਾ ਮਤਲਬ ਜਿਹੜਾ ਲਿਸਟਿੰਗਸ ਆਉਣ ਦੇ ਬਾਵਜੂਦ ਵੀ ਜਿਹੜਾ ਉਹਦਾ ਨੰਬਰ ਆ ਹੋਰ ਥੱਲੇ ਸ਼ਰਿੰਕ ਕਰ ਗਿਆ। ਔਰ ਇਹੀ ਸੇਮ ਚੀਜ਼ ਹੋ ਰਹੀ ਸੀਗੀ 2022 ਦੀ ਬਿਗਨਿੰਗ ਦੇ ਵਿੱਚ। ਮਤਲਬ ਮੈਂ ਇੱਕ ਚੀਜ਼ ਇਹ ਗੱਲ ਕਹਿ ਰਿਹਾ ਹਾਂ ਕਿ ਮੈਂ ਇਸ ਚੀਜ਼ ਬਾਰੇ ਬੜੀ ਵਾਰੇ ਗੱਲ ਕੀਤੀ ਹੈ ਪਹਿਲਾਂ ਕਿ ਗਵਰਨਮੈਂਟ ਉਹ ਗਲਤ ਥਾਂ ਤੇ ਆਪਣੀਆਂ ਜਿਹੜੀ એનર્ਜੀ ਹੈ ਤੇ ਉਹ ਚੀਜ਼ਾਂ ਤੇ ਫੋਕਸ ਕਰ ਰਹੀ ਆ, ਜਦ ਕਿ ਇਹ ਜਿਹੜੀ ਪ੍ਰੋਬਲਮ ਆ ਇਹਦਾ ਸੋਲੂਸ਼ਨ ਮਾਰਕੀਟ ਦੇ ਵਿੱਚ ਇਨਵੈਂਟਰੀ ਵਧਾਉਣੀ ਆ, ਨਾ ਕਿ ਇੰਟਰਸਟ ਰੇਟ ਵਧਾਉਣਾ। ਤੁਸੀਂ ਇੰਟਰਸਟ ਰੇਟ ਦੀ ਗੱਲ ਕੀਤੀ ਹੈ, ਮੇਰੇ ਦਿਮਾਗ 'ਚ ਨਾ ਇਹੀ ਹੁਣੀ ਸਵਾਲ ਘੁੰਮ ਰਿਹਾ ਸੀਗਾ ਕਿ ਜਦੋਂ ਤੁਸੀਂ ਇੰਟਰਸਟ ਰੇਟ ਦੀ ਗੱਲ ਕਰਦੇ ਹੋ ਤਾਂ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਜੇਕਰ ਇੱਕ ਪਾਸੇ ਹੁਣ ਇੱਕ ਵਾਰ ਫਿਰ ਤੋਂ ਤੁਸੀਂ ਗੱਲ ਕਰ ਰਹੇ ਹੋ ਕਿ ਮਾਰਕੀਟ 'ਚ ਹਲਚਲ ਵੱਧ ਗਈ, 44% ਤੱਕ ਅਸੀਂ ਸੇਲਸ ਵੇਖੀਆਂ ਨੇ, ਕੀ ਤੁਹਾਨੂੰ ਲੱਗਦਾ ਕਿ ਹੁਣ ਇੱਕ ਪਾਸੇ ਫਿਰ ਮਹਿੰਗਾਈ ਦੀ ਇੱਕ ਪਾਸੇ ਗੱਲ ਕਰ ਰਹੇ ਸੀ ਕਿ ਕੁਝ ਪੁਆਇੰਟਸ ਦੇ ਉੱਤੇ ਆ ਕੇ ਦੁਬਾਰਾ ਰੁਕ ਚੁੱਕੀ ਹੈ ਮਹਿੰਗਾਈ, ਤਾਂ ਦੁਬਾਰਾ ਤਾਂ ਕਿਤੇ ਇਸ ਚੀਜ਼ ਨੂੰ ਠੱਲ ਪਾਉਣ ਲਈ ਇੰਟਰਸਟ ਰੇਟ 'ਚ ਵਾਧਾ ਕਰ ਦਿੱਤਾ ਜਾਵੇ? ਮੈਨੂੰ ਇਹ ਲੱਗਦਾ ਜੀ ਭਾਵੇਂ ਇੰਟਰਸਟ ਰੇਟ ਨਾ ਵੀ ਵਧਾਇਆ ਜਾਵੇ ਤਰਨ ਜੀ, ਮੈਂ ਇੱਕ ਗੱਲ ਪਹਿਲਾਂ ਵੀ ਇਹ ਕਈ ਵਾਰ ਐਗਜ਼ਾਮਪਲ ਦਿੱਤੀ ਹੈ ਕਿ ਆਪਾਂ ਉਹ ਚੀਜ਼ ਕੰਮ ਕਰ ਰਹੇ ਹਾਂ ਕਿ ਜਦੋਂ ਆਪਾਂ ਨੂੰ ਬਿਮਾਰੀ ਨਹੀਂ ਸਮਝ ਆਉਂਦੀ ਤਾਂ ਆਪਾਂ ਨੂੰ ਐਂਟੀਬਾਇਓਟਿਕ ਦੇਣੇ ਸ਼ੁਰੂ ਕਰ ਦਿੰਦੇ ਆ। ਜਦੋਂ ਆਪਾਂ ਐਂਟੀਬਾਇਓਟਿਕ ਦੇ ਦਿੰਦੇ ਉਹ ਆਪਾਂ ਇੱਕ ਵਾਰ ਬਿਮਾਰੀ ਨੂੰ ਸਪਰੈਸ ਤਾਂ ਕਰ ਦਿੰਦੇ ਆ, ਬਾਅਦ ਚ ਭਾਵੇਂ ਬੰਦੇ ਦੀਆਂ ਕਿਡਨੀਆਂ ਫੇਲ ਹੋ ਜਾਣ, ਉਹ ਟਾਈਮ ਬਾਅਦ ਪਤਾ ਲੱਗਦਾ ਵੀ ਉਹਦਾ ਕੀ ਹੋਇਆ ਕੀ ਆ। ਸੇਮ ਚੀਜ਼ ਇੱਥੇ ਹੋ ਰਹੀ ਹੈ ਜੀ। ਇਹ ਜਿਹੜੀ ਪ੍ਰੋਬਲਮ ਆ ਸਪਲਾਈ ਤੇ ਡਿਮਾਂਡ ਦੀ, ਇਹਦਾ ਸੋਲੂਸ਼ਨ ਆ ਇਨਵੈਂਟਰੀ ਮਾਰਕੀਟ ਦੇ ਵਿੱਚ, ਕਿ ਮਾਰਕੀਟ ਦੇ ਵਿੱਚ ਅਵੇਲੇਬਿਲਿਟੀ ਹੋਵੇ ਘਰਾਂ ਦੀ ਲੋਕਾਂ ਨੂੰ ਰਹਿਣ ਵਾਸਤੇ, ਪ੍ਰਾਈਸ ਆਪਣੇ ਆਪ ਉੱਪਰ ਜਾਣਾ ਬੰਦ ਹੋ ਜਾਊਗਾ। ਪ੍ਰਾਈਸ ਉੱਪਰ ਜਾਣ ਦਾ ਸਭ ਤੋਂ ਵੱਡਾ ਕਾਰਨ ਕੀ ਹੈ ਕਿ ਸਪਲਾਈ ਘੱਟ ਹੈ, ਡਿਮਾਂਡ ਜ਼ਿਆਦਾ ਵਾ। ਆਪਾਂ ਕੀ ਕਰ ਰਹੇ ਹਾਂ, ਆਪਾਂ ਇੰਟਰਸਟ ਰੇਟ ਵਧਾ ਰਹੇ ਹਾਂ, ਇੰਟਰਸਟ ਰੇਟ ਵਧਾਈ ਗਏ ਆਪਾਂ ਲੋਕਾਂ ਦਾ ਜਿਵੇਂ ਕਹ ਲਓ ਕਿ ਗਲਾ ਘੁੱਟ ਰਹੇ ਹਾਂ ਜੀ। ਉਹਦੇ ਨਾਲ ਕੀ ਨਤੀਜਾ ਨਿਕਲ ਰਿਹਾ, ਅੱਜ ਜਿੱਥੇ ਤੁਸੀਂ ਪੇਮੈਂਟ ਪਹਿਲਾਂ 2000 ਕਰਦੇ ਸੀ, ਅੱਜ ਉੱਥੇ ਤੁਸੀਂ 3000 ਪੇਮੈਂਟ ਕਰ ਰਹੇ ਹੋ। ਤੁਹਾਡੀ ਮਜਬੂਰੀ ਹੈ ਪੇਮੈਂਟ ਕਰਨੀ, ਤੁਹਾਨੂੰ ਰਹਿਣ ਵਾਸਤੇ ਜਗ੍ਹਾ ਚਾਹੀਦੀ ਆ, ਉਹਦਾ ਇੰਪੈਕਟ ਕੀ ਪੈ ਰਿਹਾ, ਤੁਹਾਡਾ ਲਿਵਿੰਗ ਸਟੈਂਡਰਡ ਥੱਲੇ ਆ ਰਿਹਾ, ਤੁਸੀਂ ਹੋਰ ਚੀਜ਼ਾਂ ਤੇ ਕੰਪਰੋਮਾਈਜ਼ ਕਰ ਰਹੇ ਹੋ, ਜਾਂ ਤੁਸੀਂ ਕਰਜ਼ਾ ਵੱਧ ਚੱਕ ਰਹੇ ਹੋ। ਜਦੋਂ ਤੁਸੀਂ ਕਰਜ਼ਾ ਵੱਧ ਚੱਕ ਰਹੇ ਹੋ, ਕਿਸੇ ਨਾ ਕਿਸੇ ਸਟੇਜ ਤੇ ਜਾ ਕੇ ਉਹਨੇ ਤੁਹਾਡੀ ਲਾਈਫ ਤੇ ਇੰਪੈਕਟ ਪਾਉਣਾ ਹੀ ਪਾਉਣਾ ਉਸ ਚੀਜ਼ ਨੇ, ਔਰ ਇਹ ਚੀਜ਼ ਗਵਰਨਮੈਂਟ ਨੂੰ ਵੀ ਦੇਖਣ ਨੂੰ ਨਜ਼ਰ ਆਊਗੀ। ਮਤਲਬ ਮੈਂ ਸ਼ੁਰੂ ਤੋਂ ਇੱਕ ਗੱਲ ਇਹ ਕਹਿੰਦਾ ਆ ਰਿਹਾ ਕਿ ਜਿਹੜੀ ਇਹ ਪ੍ਰੋਬਲਮ ਆ ਇਹਦਾ ਸੋਲੂਸ਼ਨ ਆ ਮਾਰਕੀਟ ਦੇ ਵਿੱਚ ਇਨਵੈਂਟਰੀ ਵਧਾਉਣੀ, ਉਹਦੇ ਤੇ ਗਵਰਨਮੈਂਟ ਨੂੰ ਫੋਕਸ ਕਰਨਾ ਚਾਹੀਦਾ, ਨਾ ਕਿ ਇੰਟਰਸਟ ਰੇਟ ਜਿਹੜਾ ਵਧਾਉਣਾ ਵਾ ਜੀ ਉਹ ਇੱਕ ਟੈਂਪਰੇਰੀ ਸੋਲੂਸ਼ਨ ਆ ਉਸ ਚੀਜ਼ ਦਾ। ਜੀ, ਯੂਕੇ ਤੇ ਯੂਰਪ ਦੇ ਬੈਂਕਾਂ ਦੀ ਗੱਲ ਕੀਤੀ ਜਾ ਰਹੀ ਸੀ ਕਿ ਉਹਨਾਂ ਦੇ ਵੱਲੋਂ ਕੁਝ ਅਜਿਹੇ ਡਿਸੀਜਨ ਲਏ ਗਏ ਨੇ ਜਿਹਦਾ ਇੰਪੈਕਟ ਉੱਥੇ ਦੇਖਣ ਨੂੰ ਬਹੁਤ ਬੁਰਾ ਪਿਆ ਵਾ, ਤੇ ਹੁਣ ਬਾਕੀ ਦੇ ਜੇ ਇੱਥੇ ਨਾਰਥ ਅਮਰੀਕਾ ਦੇ ਬੈਂਕਾਂ ਦੀ ਗੱਲ ਕੀਤੀ ਜਾਵੇ ਉੱਤੇ ਨਜ਼ਰਾਂ ਟਿਕੀਆਂ ਹੋਈਆਂ ਨੇ ਕਿ ਕੀ ਇੰਪੈਕਟ ਪੈ ਸਕਦਾ ਆ। ਇਹਦੇ ਬਾਰੇ ਕੀ ਕਹੋਗੇ? ਇਹਦੇ ਬਾਰੇ ਚ ਆਪਾਂ ਬਾਅਦ ਚੋਂ ਗੱਲ ਕਰਦੇ ਹਾਂ। ਇਨਵੈਂਟਰੀ ਦੀ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ, ਦੇਖੋ ਜਿਵੇਂ ਪ੍ਰਵੀਨ ਜੀ ਨੇ ਕਿਹਾ ਕਿ ਸਰਕਾਰ ਜਿਹੜੀ ਆ ਉਹ ਗਲਤ ਪਾਸੇ ਜਿਹੜਾ ਨਾ ਆਪਣਾ ਧਿਆਨ ਦੇ ਰਹੀ ਆ। ਲੋੜ ਹੈਗੀ ਆ ਇਨਵੈਂਟਰੀ ਵਧਾਉਣ ਦੀ, ਲੋੜ ਹੈਗੀ ਆ ਕਿ ਹੁਣ ਵਿੰਸਰ ਦੇ ਵਿੱਚ ਅਨਾਉਂਸ ਹੋਇਆ ਕਿ ਕ੍ਰਾਈਸਲਰ ਔਰ LG ਮਿਲ ਕੇ ਇੱਕ ਬੈਟਰੀ ਪਲਾਂਟ ਲਾ ਰਹੇ ਆ, ਬਹੁਤ ਵੱਡਾ ਬੈਟਰੀ ਪਲਾਂਟ ਆ। ਔਰ ਜਦੋਂ ਇਦਾਂ ਦੇ ਵੱਡੇ ਇੰਪਲੋਇਮੈਂਟ ਸੈਂਟਰਸ ਆਉਂਦੇ ਆ ਤਾਂ ਡੈਫੀਨੇਟਲੀ ਜਿਹੜੀ ਉੱਥੇ ਇਨਵੈਂਟਰੀ ਆ ਉਹ ਵੱਧਦੀ ਆ, ਉੱਥੇ ਬਿਲਡਰ ਵੀ ਆਉਂਦੇ ਆ, ਉਹ ਜਿਹੜੇ EMPLOYEES ਨੇ ਉਹਨਾਂ ਨੂੰ ਰਹਿਣ ਲਈ ਘਰ ਚਾਹੀਦੇ ਨੇ, ਬਿਲਡਰ ਉੱਥੇ ਘਰ ਵੀ ਬਣਾਉਂਦੇ ਆ, ਜਾਂ ਕਈ ਵਾਰੀ ਉਹ ਕੰਪਨੀਆਂ ਹੀ ਆਪਣੇ ਘਰ ਬਣਾਉਣੇ ਸ਼ੁਰੂ ਕਰ ਦਿੰਦੀਆਂ ਨੇ। ਸੋ ਲੋੜ ਹੈਗੀ ਆ ਕਿ ਜਿਵੇਂ ਜਿਵੇਂ ਜੇ ਗਵਰਨਮੈਂਟ ਆਊਟਸਾਈਡ ਦਾ ਬਾਕਸ ਦੇਖੇ ਤਾਂ ਸਪੈਸ਼ਲ ਇੰਪਲੋਇਮੈਂਟ ਜ਼ੋਨਸ ਬਣਾਵੇ। ਜਿਹੜੀ ਦੇਖੋ ਸਾਡੇ ਕੋਲ ਸਭ ਤੋਂ ਵੱਧ ਕੀ ਹੈ, ਲੈਂਡ ਹੈ ਜਾਂ ਪਾਣੀ ਹੈ। ਸਾਡਾ ਜਿਹੜੀ ਕੈਨੇਡਾ ਦੇ ਵਿੱਚ ਲੈਂਡ ਇਨ ਅਬੰਡੈਂਸ ਹੈ ਤੇ ਫਰੈਸ਼ ਵਾਟਰ ਜਿਹੜਾ ਸਾਡੇ ਕੋਲ, ਔਰ ਇਹੀ ਦੋ ਚੀਜ਼ਾਂ ਜਿਹੜੀਆਂ ਨੇ ਮੇਨ ਜੀਵਨ ਦਾ ਆਧਾਰ ਨੇ। ਔਰ ਸਾਡੇ ਕੋਲ ਮਤਲਬ ਹੁਣ ਜੇ ਗੂਗਲ ਵਰਗੀ ਕੰਪਨੀ ਨੂੰ 5000 ਏਕੜ ਜਗ੍ਹਾ ਕਿਤੇ ਦੂਰ ਦੇ ਦਿੱਤੀ ਜਾਵੇ, ਉਹ ਆਪਣੇ EMPLOYEES ਨੂੰ ਉੱਥੇ ਲਿਆਵੇ, ਉਹ ਡੈਫੀਨਿਟਲੀ ਜਦੋਂ ਉਹਨਾਂ ਨੂੰ EMPLOYMENT ਮਿਲੇਗੀ ਉਹ ਲੋਕ ਇਹੀ ਕੋਸ਼ਿਸ਼ ਕਰਨਗੇ ਕਿ ਅਸੀਂ ਇੱਥੇ ਨੇੜੇ ਹੀ ਰਹੀਏ। ਜਦੋਂ ਉੱਥੇ ਡਿਮਾਂਡ ਹੋਏਗੀ ਡੈਫੀਨਿਟਲੀ ਬਿਲਡਰਸ ਵੀ ਉੱਥੇ ਘਰ ਬਣਾਉਣਗੇ। ਸੋ ਇੱਕ ਮਤਲਬ ਤਰੀਕਾ ਇਨਵੈਂਟਰੀ ਨੂੰ ਵਧਾਉਣ ਦਾ ਇਹ ਹੈ ਕਿ ਸਪੈਸ਼ਲ ਇਕਨੋਮਿਕ ਜ਼ੋਨਸ, ਇੰਪਲੋਇਮੈਂਟ ਜ਼ੋਨਸ ਕ੍ਰੀਏਟ ਕੀਤੀਆਂ ਜਾਣ ਜਿਹੜੀਆਂ ਕਿ ਮੇਨ ਹੱਬ ਤੋਂ ਦੂਰ ਹੋਣ, ਔਰ ਹੌਲੀ ਹੌਲੀ ਉੱਥੇ ਜਿਹੜੀ ਵਸੋਂ ਲਿਆਂਦੀ ਜਾਵੇ, ਇਨਫਰਾਸਟ੍ਰਕਚਰ ਲਿਆਂਦਾ ਜਾਵੇ। ਉਹ ਬਹੁਤ ਵੱਡਾ ਇੱਕ ਨਾਲ ਤਾਂ ਇੱਕ ਇੰਪਲੋਇਮੈਂਟ ਦਾ ਉਹਦੇ ਨਾਲ ਮਸਲਾ ਹੱਲ ਹੁੰਦਾ, ਦੂਸਰਾ ਜਿਹੜਾ ਹੈ ਉਹ ਰੈਜ਼ੀਡੈਂਸ ਦਾ ਮਸਲਾ ਜਿਹੜਾ ਉਹ ਵੀ ਹੱਲ ਹੁੰਦਾ ਹੈ। ਜਿਵੇਂ ਤੁਸੀਂ ਇਹ ਗੱਲ ਕੀਤੀ ਹੈ, ਇਹ ਆਪਾਂ ਕਹਿ ਤਾਂ ਸਕਦੇ ਹਾਂ, ਪਰ ਇਸ ਚੀਜ਼ ਨੂੰ ਅਮਲੀ ਜਾਮਾ ਪਹਿਨਾਉਣਾ ਤੇ ਉੱਥੇ ਤੱਕ ਪਹੁੰਚਣਾ ਇੱਕ ਬਹੁਤ ਮੁਸ਼ਕਿਲ ਇਹ ਚੀਜ਼ ਹੈਗੀ ਆ। ਇਸ ਲਈ ਗਵਰਨਮੈਂਟ ਵੀ ਇਸ ਪਾਸੇ ਉਸ ਪਾਸੇ ਧਿਆਨ ਦੇ ਰਹੀ ਹੈ ਕਿ ਸਿਟੀਜ਼ ਨੂੰ ਹੋਰ ਜ਼ਿਆਦਾ ਡੈਂਸ ਕਰ ਦਿੱਤਾ ਜਾਵੇ, ਜਿੱਥੇ ਆਲਰੇਡੀ ਸਾਰੇ ਮੀਨਸ ਹੈਗੇ ਆ, ਸਾਧਨ ਹੈਗੇ ਆ, ਉਸ ਚੀਜ਼ ਨੂੰ ਕਿਉਂ ਨਾ ਯੂਜ਼ ਕੀਤਾ ਜਾਵੇ। ਸੋ ਸਰਕਾਰ ਵੀ ਉਸੇ ਚੀਜ਼ ਦੇ ਉੱਤੇ ਬੋਝ ਪਾਉਣ ਲੱਗੀ ਹੋਈ ਹੈ। ਦੂਸਰਾ ਇਹਦਾ ਪਾਸਾ ਤਰਨ ਜੀ ਇਹ ਵੀ ਹੈ ਨਾ ਕਿ ਜਿਹੜਾ ਐਗਜ਼ਿਸਟਿੰਗ ਸਿਟੀ ਆ ਉਹਦਾ ਤਾਂ ਲੈਂਡਸਕੇਪ ਆਪਾਂ ਚੇਂਜ ਕਰੀ ਜਾਂਦੇ ਆ। ਜਿਹੜੇ
ਬੰਦਿਆਂ ਨੇ ਕਿਸੇ ਟਾਈਮ ਤੇ ਇੱਕ ਪ੍ਰੀਮੀਅਮ ਦੇ ਕੇ ਘਰ ਲਏ ਆ, ਉਹਨਾਂ ਦੇ ਬੈਕਯਾਰਡ ਦੇ ਵਿੱਚ ਹੁਣ ਤੁਸੀਂ ਜੇ ਬਿਲਡਿੰਗ ਖੜੀ ਕਰ ਦੋ ਤੇ ਉਹਨਾਂ ਦਾ ਮਤਲਬ ਕੀ ਕਸੂਰ ਹੈਗਾ ਆ, ਹੈਨਾ, ਕਿ ਤੁਸੀਂ 5-7 ਜਿਹੜੇ ਘਰ ਉਹਨਾਂ ਨੂੰ ਢਾਹ ਕੇ ਉੱਥੇ ਬਿਲਡਿੰਗ ਖੜੀ ਕਰਦੇ ਹੋ। ਉਹ ਜਿਹੜੇ ਕਹਿ ਲੋ ਕਿ ਇਹਨੂੰ ਅਰਬਨ ਸਪ੍ਰੌਲ ਕਹਿੰਦੇ ਆ ਆਪਾਂ, ਕਿ ਅਰਬਨ ਸਪ੍ਰੌਲ ਹੋ ਰਿਹਾ, ਜਿਵੇਂ ਕਹਿ ਲੋ ਕਿ ਘਾਹ ਦੀਆਂ ਤਿੜਾਂ ਵਾਂਗੂ ਆਪਾਂ ਸਿਰਫ ਘਰ ਹੀ ਘਰ ਜਿਹੜੇ ਆ, ਔਰ ਉਹਦੇ ਚ ਜਿਹੜੀ ਕੁਆਲਿਟੀ ਆਫ ਲਾਈਫ ਹੈ ਉਹ ਡੈਫੀਨਿਟਲੀ ਥੱਲੇ ਆਏਗੀ ਜੀ। ਕ੍ਰਾਈਮ ਦੇ ਵਿੱਚ ਵੀ ਵਾਧਾ ਹੋਊਗਾ। ਲੇਕਿਨ ਜੇ ਆਪਾਂ ਇਸ ਤਰ੍ਹਾਂ ਦੀਆਂ ਇਕਨੋਮਿਕ ਜਿਹੜੀਆਂ ਇੰਪਲੋਇਮੈਂਟ ਜ਼ੋਨਸ ਬਣਾਉਨੇ ਆ, ਉਹਦੇ ਨਾਲ ਇੱਕ ਤਾਂ ਜਿਹੜੀ ਪਲੈਨਡ ਸਿਟੀਜ਼ ਦਾ ਕਨਸੈਪਟ ਆ ਉਹ ਵੀ ਬਰਕਰਾਰ ਰਹੇਗਾ। ਕੰਜੈਸ਼ਨ ਦੇਖੋ, ਜਿਹੜੇ ਸਾਡੇ ਆਊਟਲੈਟਸ ਨੇ, ਚਾਹੇ ਉਹ ਸੀਵਰੇਜ ਦੇ ਨੇ ਜਾਂ ਪਾਣੀ ਦੇ ਇਨਲੈਟਸ ਨੇ, ਉਹ ਤਾਂ ਇੱਕ ਸਰਟਨ ਸਾਈਜ਼ ਹੀ ਹੈ ਨਾ ਜੀ। ਉਹਦੇ ਤੇ ਫਿਰ ਜਿੰਨਾ ਖਰਚਾ, ਜੇ ਉਹਨੂੰ ਅਪਗ੍ਰੇਡ ਕਰਨਾ ਤੇ ਕਿਉਂ ਨਾ ਦੂਜੀ ਥਾਂ ਤੇ ਉਹਨੂੰ ਨਵਾਂ ਪਾਇਆ ਜਾਵੇ, ਜਿਹੜੇ ਐਗਜ਼ਿਸਟਿੰਗ ਨੇ ਉਹਨਾਂ ਨੂੰ ਉੱਥੇ ਹੀ ਰਹਿਣ ਦਿੱਤਾ ਜਾਵੇ। ਸੋ ਬਾਕੀ ਤੁਸੀਂ ਗੱਲ ਕੀਤੀ ਕਿ ਸਰਕਾਰਾਂ ਦੀ, ਜਦੋਂ ਅਮਰੀਕਾ ਨੇ ਡਿਸਾਈਡ ਕੀਤਾ ਕਿ ਅਸੀਂ ਚੰਨ ਦੇ ਉੱਤੇ ਬੰਦਾ ਭੇਜਣਾ ਆ, ਤੇ ਕੈਨੇਡੀ ਉਦੋਂ ਪ੍ਰੈਜ਼ੀਡੈਂਟ ਸੀਗੇ, ਉਹਨਾਂ ਨੂੰ ਪੁੱਛਿਆ ਗਿਆ ਸੀ ਵੀ ਉੱਥੇ ਬੰਦਾ ਭੇਜਣ ਲਈ ਸਭ ਤੋਂ ਵੱਡੀ ਚੀਜ਼ ਕੀ ਚਾਹੀਦੀ ਹੈ। ਉਹ ਕਹਿੰਦਾ ਸੀ ਕਿ ਵਿਲ ਪਾਵਰ, ਸਿਰਫ ਵਿਲ ਪਾਵਰ ਚਾਹੀਦੀ ਹੈ, ਬਾਕੀ ਚੀਜ਼ਾਂ ਆਪਣੇ ਆਪ ਜਿਹੜੀਆਂ ਨੇ ਉਹ ਇਨ ਪਲੇਸ ਹੋ ਜਾਣਗੀਆਂ। ਸੋ ਸੇਮ ਗੱਲ ਹੈ ਜੀ, ਜੇ ਸਰਕਾਰਾਂ ਦੀ ਵਿਲ ਪਾਵਰ ਹੋਵੇ, ਜੇ ਉਹਨਾਂ 'ਚ ਜਿਹੜਾ ਕਹਿ ਲਓ ਫੈਸਲਾ ਕਰਨ ਦਾ ਮਾਦਾ ਹੋਵੇ, ਉਹ ਸਿਰਫ ਵੋਟ ਬੈਂਕ ਨੂੰ ਨਾ ਦੇਖਣ, ਤੇ ਕੁਝ ਵੀ ਹੋ ਸਕਦਾ। ਜਦੋਂ ਆਪਾਂ ਗੱਲ ਕਰਦੇ ਹਾਂ ਨਵੇਂ ਬਿਲਡਿੰਗਸ ਦੇ ਨਿਰਮਾਣ ਦੀ, ਤਾਂ ਸਭ ਤੋਂ ਵੱਡੀ ਗੱਲ ਤਾਂ ਇਹੀ ਗੱਲ ਆਉਂਦੀ ਹੈ ਕਿ ਰਿਸੋਰਸਿਸ ਕਿੱਥੋਂ ਆਉਣਗੇ, ਲੇਬਰ ਕਿੱਥੋਂ ਆਏਗੀ। ਇਸ ਚੀਜ਼ ਨੂੰ ਲੈ ਕੇ ਕੰਸਟਰਕਸ਼ਨ ਮਾਰਕੀਟ ਦੇ ਵਿੱਚ ਤਾਂ ਆਲਰੇਡੀ ਸ਼ਾਰਟੇਜ ਚੱਲ ਰਹੀ ਹੈ। ਸੋ ਜਿਵੇਂ ਹੁਣ ਇੱਕ ਪਾਸੇ ਸਰਕਾਰ, ਚਾਹੇ ਉਹ ਕੈਨੇਡਾ ਲੈਵਲ ਦੇ ਉੱਤੇ ਹੋਵੇ, ਚਾਹੇ ਪ੍ਰੋਵਿੰਸ਼ੀਅਲ ਲੈਵਲ ਦੇ ਉੱਤੇ ਹੋਵੇ, ਘਰਾਂ ਦੇ ਨਿਰਮਾਣ ਦੀ ਤਾਂ ਗੱਲ ਕਰ ਰਹੀ ਹੈ, ਪਰ ਨਾ ਤਾਂ ਇਹਨਾਂ ਕੋਲ ਪ੍ਰੋਪਰ ਰਿਸੋਰਸਿਸ ਹੈਗੇ ਉਸ ਚੀਜ਼ ਨੂੰ ਲੈ ਕੇ, ਨਾ ਲੈਂਡ ਉਸ ਤਰੀਕੇ ਨਾਲ ਐਕਵਾਇਰ ਕਰ ਪਾ ਰਹੇ ਨੇ, ਤੇ ਨਾ ਹੀ ਇਹਨਾਂ ਦੇ ਕੋਲ ਓਨੀ ਮੈਨ ਪਾਵਰ ਹੈਗੀ ਹੈ ਕਿ ਇਸ ਤਰੀਕੇ ਜੋ ਇਹਨਾਂ ਨੇ ਗੱਲ ਕੀਤੀ ਹੈ, ਕਮਿਟਮੈਂਟ ਕੀਤੀ ਹੈ, ਉਹਨੂੰ ਪੂਰਾ ਕੀਤਾ ਜਾ ਸਕੇ। ਮੈਂ ਤਰਜੀ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਸਰਕਾਰ ਦੇ ਲਈ ਵੀ ਮਤਲਬ ਘਰ ਖੜੇ ਕਰਦੇ ਨੇ ਕੋਈ ਇੱਕ ਓਵਰਨਾਈਟ ਕੰਮ ਨਹੀਂ ਹੈ, ਇਹ ਵੀ ਇੱਕ ਪ੍ਰੋਸੈਸ ਆ। ਮੈਂ ਬਿਲਕੁਲ ਉਸ ਚੀਜ਼ ਨਾਲ ਸਹਿਮਤ ਹਾਂ। ਪਰ ਜਿਹੜੀ ਚੀਜ਼ ਮੈਨੂੰ ਥੋੜੀ ਜੀ ਮਤਲਬ ਲੱਗਦੀ ਆ, ਜਿੱਥੇ ਕਿ ਕੋਈ ਡਿਸਕ੍ਰਿਪੈਂਸੀ ਨਜ਼ਰ ਆਉਂਦੀ ਆ, ਕਿ ਆਪਾਂ ਨੂੰ, ਸਰਕਾਰ ਨੂੰ ਵੀ ਇਸ ਚੀਜ਼ ਦਾ ਪਤਾ ਕਿ ਲੋਕਾਂ ਕੋਲ ਘਰ ਤੋਂ ਬਿਨਾ ਕੋਈ ਚੁਆਇਸ ਨਹੀਂ ਹੈ, ਕਿ ਉਹਨਾਂ ਨੂੰ ਰਹਿਣ ਵਾਸਤੇ ਘਰ ਚਾਹੀਦਾ ਹੀ ਚਾਹੀਦਾ ਜੀ। ਘਰ ਤੋਂ ਬਿਨਾ ਉਹਨਾਂ ਕੋਲ ਕੋਈ ਚੁਆਇਸ ਨਹੀਂ ਹੈ, ਠੀਕ ਹੈ ਜੀ। ਉਹ ਘਰ ਖਰੀਦਣ ਵਾਸਤੇ ਮਜਬੂਰ ਨੇ, ਚਾਹੇ ਉਹ ਆਪਣੀਆਂ ਹੋਰ ਜਿੱਦਾਂ ਦੀਆਂ ਮਰਜ਼ੀ ਕਟੌਤੀਆਂ ਕਰਨ, ਕਿਉਂਕਿ ਰਹਿਣ ਵਾਸਤੇ ਉਹਨਾਂ ਨੂੰ ਜਗ੍ਹਾ ਚਾਹੀਦੀ ਆ। ਜੇ ਉਹ ਘਰ ਨਹੀਂ ਉਹਨਾਂ ਨੂੰ ਮਿਲਦਾ ਰਹਿਣ ਵਾਸਤੇ, ਤਾਂ ਉਹਨਾਂ ਨੂੰ ਰੈਂਟ ਵਾਸਤੇ ਜਗ੍ਹਾ ਚਾਹੀਦੀ ਹੈ। ਮਤਲਬ ਦੋਨਾਂ ਚੋਂ ਇੱਕ ਚੀਜ਼ ਹੀ ਹੈ ਨਾ ਜੀ ਉਹਨਾਂ ਨੂੰ ਚਾਹੀਦੀ। ਮਤਲਬ ਹੁਣ ਉਹ ਬਾਹਰ ਸੜਕ ਤੇ ਜਾ ਕੇ ਤਾਂ ਰਹਿ ਨਹੀਂ ਸਕਦੇਗੇ, ਮਤਲਬ ਜਾਂ ਤਾਂ ਰੈਂਟ ਤੇ ਜਗ੍ਹਾ ਲੈਣਗੇ ਤੇ ਜਾਂ ਉਹ ਘਰ ਲੈਣਗੇ ਜੀ। ਉਹ ਹੁਣ ਰੈਂਟ ਵੀ ਜਿਹੜਾ ਵਾ, ਰੈਂਟ ਵੀ ਘੱਟ ਨਹੀਂ ਹੈ, ਕਿਉਂਕਿ ਰੈਂਟ ਵੀ ਬਹੁਤ ਜ਼ਿਆਦਾ ਨੇ, ਕਿਉਂਕਿ ਮਾਰਕੀਟ ਦੇ ਵਿੱਚ ਜਦੋਂ ਸਪਲਾਈ ਨਹੀਂ ਹੈ ਤਾਂ ਇਸ ਕਰਕੇ ਰੈਂਟ ਵੀ ਉੱਪਰ ਨੇ। ਸਪਲਾਈ ਡਿਮਾਂਡ ਦਾ ਫਾਰਮੂਲਾ ਉੱਥੇ ਵੀ ਪਲੇ ਕਰ ਰਿਹਾ ਜੀ, ਔਰ ਸੇਮ ਚੀਜ਼ ਸਪਲਾਈ ਡਿਮਾਂਡ ਦਾ ਫਾਰਮੂਲਾ ਇੱਥੇ ਪਲੇ ਕਰ ਰਿਹਾ ਜੀ। ਜੇ ਆਪਾਂ ਇੱਕਦਮ ਘਰ ਨਹੀਂ ਬਣਾ ਸਕਦੇਗੇ, ਘਰ ਆਪਾਂ ਨਹੀਂ ਬਣਾ ਸਕਦੇਗੇ, ਆਪਾਂ ਇਸ ਚੀਜ਼ ਵਾਸਤੇ ਸਹਿਮਤ ਹਾਂ, ਬਟ ਜਿਹੜਾ ਇੰਟਰਸਟ ਰੇਟ ਵਧਾ ਕੇ ਲੋਕਾਂ ਨੂੰ ਡਿਫਿਕਲਟ ਸਿਚੁਏਸ਼ਨ 'ਚ ਲੈ ਕੇ ਆਉਣਾ ਕੱਲਾ ਮਤਲਬ ਇਸ ਚੀਜ਼ ਵਾਸਤੇ, ਉਹ ਗੱਲ ਮੈਨੂੰ ਕੋਈ ਬਹੁਤੀ ਲੌਜੀਕਲ ਨਹੀਂ ਲੱਗਦੀ ਕਿ ਜੀ ਜਿਹੜਾ ਬੰਦਾ 3 ਜਾਂ 3.5 ਦੀ ਪੇਮੈਂਟ ਅਫੋਰਡ ਕਰਦਾ ਸੀ, ਉਹ ਅੱਜ ਫੋਰਸਡ ਆ 5000 ਪੇਮੈਂਟ ਕਰਨ ਵਾਸਤੇ। ਉਹ ਕੀ ਕਰ ਰਿਹਾ ਜੀ? ਕਦੇ ਉਹ ਕ੍ਰੈਡਿਟ ਕਾਰਡਾਂ ਦੇ ਪੈਸੇ ਚੱਕ ਰਿਹਾ, ਬਿਲਕੁਲ ਠੀਕ ਹੈ ਜੀ, ਕਦੇ ਉਹ ਆਪਣੇ ਹੋਰ ਕਿਤੇ ਕਟੌਤੀ ਕਰ ਰਿਹਾ, ਕਦੇ ਉਹ ਮਤਲਬ ਕੋਈ ਲਾਈਨ ਆਫ ਕ੍ਰੈਡਿਟ ਚੱਕ ਰਿਹਾ ਕਿ ਚਲੋ ਜਦੋਂ ਮਾਰਕੀਟ ਠੀਕ ਹੋਊਗੀ ਮੈਂ ਉਦੋਂ ਕੁਝ ਕਰ ਲੂੰਗਾ। ਉਹ ਬੇਸਿਕਲੀ ਕੀ ਹੈ, ਉਹਨਾਂ ਦਾ ਕਰਜ਼ਾ ਦਿਨੋਂ ਦਿਨ ਵਧੀ ਜਾ ਰਿਹਾ। ਨਾ ਤਾਂ ਉਹ ਘਰ ਛੱਡ ਸਕਦੇ ਨੇ, ਨਾ ਉਹ ਰੈਂਟ ਤੋਂ ਬਿਨਾਂ ਰਹਿ ਸਕਦੇ ਨੇ। ਉਹ ਜਿਹੜੀ ਚੀਜ਼ ਆ, ਉਹ ਮੈਨੂੰ ਲੱਗ ਰਿਹਾ ਕਿ ਉਹ ਬਹੁਤੀ ਵਧੀਆ ਚੀਜ਼ ਨਹੀਂ ਹੈ। ਜੇ ਆਪਾਂ ਮੰਨਦੇ ਹਾਂ ਕਿ ਬਿਲਕੁਲ ਘਰ ਬਿਲਡ ਕਰਨੀ, ਮੈਂ ਨਹੀਂ ਇਹ ਕਹਿੰਦਾ ਕਿ ਸਰਕਾਰ ਲਈ ਪੋਸੀਬਲ ਆ ਜੀ ਕਿ ਹਾਂ ਜੀ 6 ਮਹੀਨਿਆਂ ਦੇ ਵਿੱਚ ਉਹ ਜੀ ਇੱਥੇ ਮਿਲੀਅਨ ਘਰ ਖੜੇ ਕਰ ਦੇਣਗੇ, ਇਹੋ ਜਿਹਾ ਕਿਸੇ ਕੋਲ ਨਹੀਂ ਫਾਰਮੂਲਾ ਹੈਗਾ ਗਾ। ਠੀਕ ਆ, ਸਰਕਾਰ ਉਹਦੇ ਚ ਕਦਮ ਚੱਕ ਰਹੀ ਆ, ਜੋ ਵੀ ਮਤਲਬ ਹਾਈ ਡੈਂਸਿਟੀ ਜ਼ੋਨਿੰਗ ਕਰ ਰਹੀ ਆ, ਪ੍ਰੋਸੈਸ ਨੂੰ ਸਪੀਡ ਅਪ ਕਰ ਰਹੀ ਆ, ਉਹ ਸਾਰੀਆਂ ਗੱਲਾਂ ਬਿਲਕੁਲ ਠੀਕ ਨੇ। ਬਟ ਇੱਕ ਜਿਹੜਾ ਫਾਰਮੂਲਾ ਇਹ ਅਪਣਾਇਆ ਜਾ ਰਿਹਾ ਕਿ ਇੰਟਰਸਟ ਰੇਟ ਨਾਲ ਹੀ ਬੰਦਿਆਂ ਦਾ ਗਲਾ ਘੁੱਟਣਾ, ਉਹ ਚੀਜ਼ ਮੈਨੂੰ ਜਿਹੜੀ ਲੱਗ ਰਹੀ ਆ ਉਹ ਠੀਕ ਨਹੀਂ ਲੱਗ ਰਹੀ। ਉਹਨਾਂ ਦਾ ਸ਼ਾਇਦ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵੀ ਜੇ ਲੋਕਾਂ ਦੀਆਂ ਪਾਕਟਸ ਦੇ ਵਿੱਚੋਂ ਪੈਸਾ ਨਹੀਂ ਨਿਕਲੂਗਾ, ਥੋੜਾ ਜਿਹਾ ਕੈਸ਼ ਫਲੋ ਘਟੂਗਾ, ਤਾਂ ਸ਼ਾਇਦ ਹੋ ਸਕਦਾ ਮਾਰਕੀਟ ਦੇ ਵਿੱਚ ਕੁਝ ਕੰਟਰੋਲ ਜਿਹੜਾ ਕੀਤਾ ਜਾ ਸਕੇ। ਪਰ ਉਹ ਕਹਿੰਦੇ ਮਾੜੇ ਸਲਾਹਕਾਰ ਦੀਆਂ ਮਾੜੀਆਂ ਨੀਤੀਆਂ ਦਾ ਖਾਮਿਆਜ਼ਾ ਸਭ ਨੂੰ ਭੁਗਤਣਾ ਪੈ ਰਿਹਾ। ਪਰ ਤਰੁਣ ਜੀ, ਉਹਦੇ ਚ ਮੈਂ ਇੱਕ ਵਾਰ ਗੱਲ ਕੀਤੀ ਹੈ, ਚਲੋ ਮੈਂ ਕੋਈ ਇਹੋ ਜਿਹੀ ਗੱਲ ਕਹਿਣੀ ਨਹੀਂ ਚਾਹੁੰਦਾ, ਪੋਲਿਟਿਕਸ ਨਾ ਮੇਰਾ ਟੌਪਿਕ ਆ, ਨਾ ਮੈਨੂੰ ਪੋਲਿਟਿਕਸ ਬਾਰੇ ਨੌਲੇਜ ਆ,
ਪਰ ਮੈਂ ਉਹਦੇ 'ਚ ਇੱਕ ਗੱਲ ਇਹ ਕਹਿਣਾ ਜੀ ਕਿ ਉਸ ਚੀਜ਼ ਨੂੰ ਜੇ ਆਪਾਂ ਮਤਲਬ ਇਹ ਚੀਜ਼ ਚਾਹੁੰਦੇ ਆ ਕਿ ਇਹ ਘਰ ਆ ਜਿਹੜੇ ਕੋਈ ਸਰਕਾਰ ਇਦਾਂ ਦਾ ਪ੍ਰੋਗਰਾਮ ਸਟਾਰਟ ਕਰ ਦੇਵੇ। ਮੈਂ ਅੱਗੇ ਵੀ ਕਈ ਵਾਰ ਗੱਲ ਕੀਤੀ ਹੈ ਕਿ ਜਿਹੜੇ ਫਸਟ ਟਾਈਮ ਬਾਇਰ ਆ ਜੀ ਕਿ ਆ ਜਿਹੜੀ ਸਬ ਡਿਵੀਜ਼ਨ ਆ ਉੱਥੇ ਘਰ ਹੀ ਫਸਟ ਟਾਈਮ ਬਾਇਰ ਬੰਦਾ ਬਾਏ ਕਰ ਸਕਦਾ। ਜਾਂ ਦੂਸਰਾ ਤਰੀਕਾ ਇੱਕ ਇਹ ਵੀ ਹੈ ਜੀ ਕਿ ਫਸਟ ਟਾਈਮ ਬਾਇਰਸ ਨੂੰ ਜਿਹੜੀ ਮੌਰਗੇਜ ਹੈ ਉਹ 2.5% ਤੇ ਮਿਲੇਗੀ, ਜਿਹੜਾ ਇਨਵੈਸਟਰ ਹੈ ਉਹਨੂੰ 6% ਤੇ ਕਰ ਦਿਓ। ਜੇ ਉਹ ਇਨਵੈਸਟਰ ਅਫੋਰਡ ਕਰਦਾ 6% ਤੇ ਲੈ ਲਵੇ ਉਹ। ਜਿਹੜਾ ਫਸਟ ਟਾਈਮ ਬਾਇਰ ਹੈ ਜਾਂ ਜਿਹੜਾ ਐਂਡ ਯੂਜ਼ਰ ਹੈ ਉਹਨੂੰ 2.5% ਤੇ ਦਿਓ ਤੁਸੀਂ ਮੌਰਗੇਜ। ਜਿਵੇਂ ਤੁਸੀਂ ਹੁਣੀ ਗੱਲ ਕੀਤੀ ਹੈ ਕਿ ਲੇਟੈਸਟ ਸਰਵੇ ਆਇਆ ਸੀ ਇਪਸੋਸ ਦਾ, ਤੇ ਉਹ ਕਹਿ ਰਹੇ ਨੇ ਕਿ ਪਹਿਲਾਂ ਤਾਂ ਸੀਗਾ ਕਿ 50% ਕੈਨੇਡੀਅਨਸ ਕਹਿੰਦੇ ਸੀਗੇ ਕਿ ਅਸੀਂ ਘਰ ਨਹੀਂ ਲੈ ਸਕਦੇ, ਜਿਹੜਾ ਯੂਥ ਹੈ ਖਾਸ ਤੌਰ ਤੇ, ਹੁਣ ਇਹ ਆંકੜਾ ਵੱਧ ਕੇ 61% ਹੋ ਗਿਆ। ਸੋ ਇਹ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਸਰਕਾਰ ਦੇ ਕੰਨਾਂ ਤੱਕ ਨਹੀਂ ਇਹ ਚੀਜ਼ ਪਹੁੰਚਦੀ, ਜਾਂ ਫਿਰ ਸਰਕਾਰ ਨੂੰ ਇਹਨਾਂ ਚੀਜ਼ਾਂ ਦੇ ਬਾਰੇ ਵਿੱਚ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈਗੀ, ਜਾਂ ਸਰਕਾਰ ਨੂੰ ਨਹੀਂ ਪਤਾ ਕਿ ਪਾਲਿਸੀਜ਼ ਵੀ ਲਿਆਂਦੀਆਂ ਜਾ ਸਕਦੀਆਂ ਨੇ। ਮਤਲਬ ਆਈ ਡੋਨਟ ਨੋ ਜੀ, ਹੁਣ ਇਹਦੇ ਬਾਰੇ ਮੇਰੀ ਕੋਈ ਇੰਨੀ ਬਹੁਤੀ ਨੌਲੇਜ ਨਹੀਂ ਹੈ ਇਸ ਟੌਪਿਕ ਦੇ ਬਾਰੇ, ਮਤਲਬ ਇਸ ਕਰਕੇ ਮੈਂ ਕੁਝ ਕਹਿ ਨਹੀਂ ਸਕਦਾ। ਪਰ ਮੈਨੂੰ ਇਹ ਲੱਗਦਾ ਜੀ ਕਿ ਜਿੱਥੇ ਇਦਾਂ ਦੀਆਂ ਚੀਜ਼ਾਂ ਨੇ ਕੀਤੀਆਂ ਜਾ ਸਕਦੀਆਂ ਨੇ ਕਿ ਆਹ ਜਿਹੜੀ ਡਿਵੈਲਪਮੈਂਟ ਹੈ ਜੀ, ਇਹ ਡਿਵੈਲਪਮੈਂਟ ਦੇ ਵਿੱਚ ਅਸੀਂ ਸਿਰਫ ਫਸਟ ਟਾਈਮ ਬਾਇਰਸ ਨੂੰ ਅਲਾਉ ਕਰਾਂਗੇ। ਫਸਟ ਟਾਈਮ ਬਾਇਰ ਤੋਂ ਅਸੀਂ ਲੈਂਡ ਟ੍ਰਾਂਸਫਰ ਟੈਕਸ ਨਹੀਂ ਚਾਰਜ ਕਰਾਂਗੇ ਜੀ, ਜਾਂ ਫਸਟ ਟਾਈਮ ਬਾਇਰ ਨੂੰ ਅਸੀਂ ਇਸ ਤਰ੍ਹਾਂ ਦਾ ਕੋਈ ਰਿਲੀਫ ਦੇਵਾਂਗੇ। ਜਿਹੜਾ ਕੋਈ ਬੰਦਾ ਐਂਡ ਯੂਜ਼ਰ ਆ ਉਹਨੂੰ ਕੋਈ ਇਦਾਂ ਦਾ ਰਿਲੀਫ ਦੇਵਾਂਗੇ। ਬਾਕੀ ਜੇ ਕੋਈ ਬੰਦੇ ਅਫੋਰਡ ਕਰਦੇ ਨੇ ਉਸ ਤੋਂ ਵੱਧ ਵਾਲੀ, ਚਲੋ ਠੀਕ ਆ ਜੀ, ਉਹ ਕੁਝ ਜ਼ਿਆਦਾ ਵੀ ਪੇ ਕਰਦੇ ਨੇ, ਦੈਟਸ ਪਰਫੈਕਟਲੀ ਫਾਈਨ, ਬਟ ਐਟ ਲੀਸਟ ਲੋਕੀ ਮਾਰਕੀਟ ਦੇ ਵਿੱਚ ਐਂਟਰ ਕਰ ਸਕਦੇ ਨੇ। ਦੂਸਰੀ ਗੱਲ ਹੈ ਜੀ, ਅੰਗਰੇਜ਼ੀ ਦੀ ਇੱਕ ਕਹਾਵਤ ਹੈ ਕਿ ਚੈਰਿਟੀ ਬਿਗਿਨਸ ਐਟ ਹੋਮ। ਸੋ ਅਸੀਂ ਮੈਂ ਨਹੀਂ ਕਹਿੰਦਾ ਕਿ ਇਹ ਮਾੜੀ ਗੱਲ ਹੈ, ਅਸੀਂ ਰਿਫਿਊਜੀ ਲਿਆ ਰਹੇ ਹਾਂ ਜੀ ਇੱਥੇ, ਚਲੋ ਬੜੀ ਚੰਗੀ ਗੱਲ ਹੈ ਕਿਉਂਕਿ ਉਹ ਵੀ ਵਿਚਾਰੇ ਜਿਹੜੇ ਨੇ ਉਹ ਕ੍ਰਾਈਸਿਸ ਦੇ ਵਿੱਚ ਨੇ, ਲੇਕਿਨ ਉਹਨਾਂ ਨੂੰ ਉਹਦਾ ਨੰਬਰ ਜਿਹੜਾ ਆ ਮੇਬੀ ਉਹ ਅੱਧਾ ਨੰਬਰ ਕਰਕੇ ਤੁਸੀਂ ਇਹੋ ਜਿਹਾ ਸਕਿੱਲ ਵਰਕਰ ਜਿਹੜਾ ਆ ਉਹਨਾਂ ਨੂੰ ਪ੍ਰਾਇੋਰਟੀ ਬੇਸਿਸ ਤੇ ਤੁਸੀਂ ਇਮੀਗ੍ਰੇਸ਼ਨ ਦਿਓ, ਤੇ ਦੇਖੋ ਇੱਥੇ ਟ੍ਰੇਡਸ ਦੀ ਵੀ ਜਿਹੜੀ ਆ ਉਹ ਲਾਈਨ ਲੱਗ ਜੂਗੀ। ਗੱਲ ਤਾਂ ਉਹੀ ਫਿਰ ਆ ਜਾਂਦੀ ਹੈ ਨਾ ਜੀ, ਇੱਛਾ ਸ਼ਕਤੀ ਦੀ ਆ ਜਾਂਦੀ ਹੈ, ਮਾਈਂਡਸੈਟ ਦੀ ਆ ਜਾਂਦੀ ਹੈ, ਪਰ ਉਹ ਕਹਿੰਦੇ ਆ ਵੀ ਕੌਣ ਕਹੇ ਵੀ ਰਾਣੀ ਅੱਗਾ ਟੱਕ। ਬਿਲਕੁਲ, ਜਿਵੇਂ ਤੁਸੀਂ ਗੱਲ ਕੀਤੀ ਹੈ ਸਰ, ਬਾਕੀ ਇੰਪੈਕਟ ਤਾਂ ਪੈ ਰਿਹਾ ਇਸ ਵਕਤ, ਪ੍ਰਾਈਸਿਸ ਦੇ ਉੱਤੇ ਇੰਪੈਕਟ ਪਾ ਰਿਹਾ, ਪਰ ਰੈਂਟਲ ਮਾਰਕੀਟ ਦੀ ਗੱਲ ਕੀਤੀ ਜਾਵੇ ਉਹ ਜਿਉਂ ਦੀ ਤਿਉਂ ਬਰਕਰਾਰ ਹੈ। ਇਨਫੈਕਟ ਰੈਂਟਲ ਮਾਰਕੀਟ ਵੀ ਉੱਪਰ ਜਾ ਰਹੀ ਹੈ ਜੀ ਰੈਂਟਲ। ਪਰ ਇਹ ਹੈ ਕਿ ਜੇ ਹੁਣ ਮਾਰਕੀਟ ਦੇ ਵਿੱਚ ਜਿਵੇਂ ਕਹਿ ਲਓ ਕਿ ਸੇਲਸ ਘਰਾਂ ਦੀ ਵੱਧ ਜਾਏਗੀ ਤਾਂ ਥੋੜਾ ਜਿਹਾ ਰੈਂਟਲ ਮਾਰਕੀਟ ਦੇ ਉੱਤੇ ਮੈਨੂੰ ਲੱਗ ਰਿਹਾ ਵਾ ਕਿ ਉਹ ਫਰਕ ਪਏਗਾ, ਕਿਉਂਕਿ ਦੈਨ ਮਾਰਕੀਟ ਦੇ ਵਿੱਚ ਜਿਵੇਂ ਸਪਲਾਈ ਆਉਣੀ ਸ਼ੁਰੂ ਹੋ ਜਾਂਦੀ ਆ ਤਾਂ ਮਤਲਬ ਰੈਂਟਲ ਮਾਰਕੀਟ ਆ ਜਿਹੜੀ ਉਹ ਥੋੜੀ ਜੀ ਸਟੇਬਲ ਹੋ ਜਾਂਦੀ ਆ। ਪਰ ਹਜੇ ਤਾਂ ਜੋ ਸੋ ਫਾਰ ਹਜੇ ਤੱਕ ਜੋ ਮਾਰਕੀਟ ਦੀ ਕੰਡੀਸ਼ਨ ਆ ਉਹਦੇ 'ਚ ਇਹੀ ਹੈ ਕਿ ਜਿਹੜੀ ਰੈਂਟਲ ਮਾਰਕੀਟ ਆ ਉਹ ਵੀ ਮਤਲਬ ਅਗਰੈਸਿਵ ਆ। ਰੈਂਟਲ ਮਾਰਕੀਟ ਦੇ ਨਾਲ ਨਾਲ ਥੋੜੀ ਕਮਰਸ਼ੀਅਲ ਮਾਰਕੀਟ ਦੀ ਵੀ ਜੇ ਗੱਲ ਕਰੀਏ, ਕਮਰਸ਼ੀਅਲ ਮਾਰਕੀਟ ਇਸ ਵਕਤ ਕਿੱਧਰ ਨੂੰ ਜਾ ਰਹੀ ਹੈ? ਕਮਰਸ਼ੀਅਲ ਮਾਰਕੀਟ ਦੇਖੋ, ਕਮਰਸ਼ੀਅਲ ਮਾਰਕੀਟ ਦੇ ਵਿੱਚ ਵੀ ਕਿਉਂਕਿ ਗੱਲ ਐਂਡ ਆਫ ਦਾ ਡੇ ਸਪਲਾਈ ਡਿਮਾਂਡ ਆ ਜੀ। ਹੁਣ ਜਿਵੇਂ ਜਿਵੇਂ ਲੋਕੀ ਜ਼ਿਆਦਾ ਆ ਰਹੇ ਨੇ, ਪਾਪੂਲੇਸ਼ਨ ਵੱਧ ਰਹੀ ਨੇ, ਤਾਂ ਡਿਮਾਂਡ ਵੀ ਵੱਧ ਰਹੀ ਆ ਜੀ। ਡਿਮਾਂਡ ਵਧਣ ਕਰਕੇ ਨਵੀਂ ਮਤਲਬ ਜਿਵੇਂ ਕਹਿ ਲਓ ਜਗ੍ਹਾ ਦੀ ਲੋੜ ਪੈਂਦੀ ਹੈ ਜੀ, ਜ਼ਿਆਦਾ ਸਟੋਰਸ ਦੀ, ਰੈਸਟੋਰੈਂਟ, ਹਰ ਚੀਜ਼ ਦੀ ਜਿਹੜੀ ਆ, ਵੇਅਰ ਹਾਊਸ, ਕਿਉਂਕਿ ਜਦੋਂ ਡਿਮਾਂਡ ਵੱਧਦੀ ਆ ਉਹਦੀ ਵੀ ਡਿਮਾਂਡ ਵੱਧ ਰਹੀ ਆ। ਜਿਹੜੀ ਕਮਰਸ਼ੀਅਲ ਮਾਰਕੀਟ ਆ ਨੋ ਡਾਊਟ ਉਹ ਥੋੜਾ ਜਿਹਾ ਰੈਜ਼ੀਡੈਂਸ਼ੀਅਲ ਮਾਰਕੀਟ ਦੇ ਨਾਲੋਂ ਜ਼ਿਆਦਾ ਸਟੇਬਲ ਰਹਿੰਦੀ ਆ ਹਮੇਸ਼ਾ ਹੀ, ਬਟ ਐਸੀ ਗੱਲ ਨਹੀਂ, ਗਰੋਥ ਉੱਥੇ ਵੀ ਹੋ ਰਹੀ ਹੈ। ਆਪਾਂ ਗੱਲ ਕਰ ਰਹੇ ਸੀ ਹੁਣੇ ਕਿ ਲੋਕੀ ਜਿਹੜੇ ਲਗਭਗ 4 ਲੱਖ ਦੇ ਕਰੀਬ ਛੱਡ ਕੇ ਗਏ ਸੀ, ਪਰ ਉਹ ਤਾਂ ਹੋ ਗਿਆ ਕਿ ਆਊਟ ਆਫ ਪ੍ਰੋਵਿੰਸ ਮੂਵ ਹੋਇਆ। ਹੁਣ ਇਹ ਵੀ ਰਿਵਾਜ ਬਣਨ ਲੱਗ ਗਿਆ, ਜਾਂ ਇਹ ਵੀ ਪ੍ਰਚਲਨ ਵੱਧਦਾ ਜਾ ਰਿਹਾ ਕਿ ਜੀਟੀਏ ਤੋਂ ਬਾਹਰ ਲੋਕੀ ਮੂਵ ਹੋਣ ਨੂੰ ਵੀ ਤਰਜੀਹ ਦੇ ਰਹੇ ਨੇ ਕਿ ਆਲੇ ਦੁਆਲੇ ਦੇ ਜਿਹੜੇ ਸ਼ਹਿਰ ਹੈਗੇ ਆ ਉਹਨਾਂ ਵੱਲ ਵੀ ਵਧਿਆ ਜਾਵੇ। ਇਹਦੇ ਬਾਰੇ ਕੀ ਕਹੋਗੇ, ਕੀ ਸਕੋਪ ਨਜ਼ਰ ਆ ਰਿਹਾ ਵਾ ਤੇ ਕਿਹੜੇ ਸ਼ਹਿਰ ਜ਼ਿਆਦਾ ਇਸ ਵਕਤ ਗਰੋ ਕਰ ਰਹੇ ਨੇ? ਇਹਦੇ ਬਾਰੇ ਵੀ ਹੁਣ ਮੈਨੂੰ ਇਹ ਲੱਗ ਰਿਹਾ ਜੀ ਕਿ ਇਹ ਚੀਜ਼ ਆ ਜਿਹੜੀ ਆਉਣ ਵਾਲੇ ਟਾਈਮ 'ਚ ਕਾਫੀ ਵੱਧ ਜਾਣੀ ਹੈ ਜੀ। ਹੁਣ ਜੇ ਆਪਾਂ ਗੱਲ ਕਰੀਏ ਬਰੈਂਪਟਨ ਮਿਸਾਗਾ ਦੇ ਨਾਲ ਜੀ, ਪਹਿਲਾਂ ਬਰੈਂਪਟਨ ਤੇ ਮਿਸਾਗਾ ਦੇ ਨਾਲ ਜਿਹੜੇ ਦੋ ਸਿਟੀ ਲੱਗਦੇ ਸੀਗੇ ਮਿਲਟਨ ਤੇ ਕੈਲੇਡਨ ਜੀ। ਕੈਲੇਡਨ ਪਹਿਲਾਂ ਕੀ ਹੁੰਦਾ ਸੀ, ਕੋਈ ਨੇੜੇ ਵਾਲੀ ਪਾਕਟ ਦੇ ਵਿੱਚ ਲੋਕ ਜਾਂਦੇ ਸੀ। ਹੁਣ ਤੁਸੀਂ ਅੱਜ ਦੇਖੋ ਕੈਲੇਡਨ ਵੀ ਮਤਲਬ ਸਾਰੇ ਕਿਤੇ ਪੂਰੀ ਐਕਟੀਵਿਟੀ ਹੈ ਜੀ ਕੈਲੇਡਨ। ਮਿਲਟਨ ਆ ਜਿਵੇਂ ਤੁਸੀਂ ਦੇਖੋ, ਮਿਲਟਨ ਇਧਰੋਂ ਓਕਵਿਲ ਦੇ ਬਿਲਕੁਲ ਨਾਲ ਜਾ ਲੱਗਿਆ ਜੀ, ਕਿਉਂਕਿ ਮਿਸੀਸਾਗਾ ਤੋਂ ਜਿਹੜੇ ਵੀ ਫੈਮਿਲੀ ਸੀਗੀਆਂ ਮੋਸਟਲੀ ਉਹ ਮਿਲਟਨ ਵਾਲੀ ਸਾਈਡ ਤੇ ਓਕਵਿਲ ਸਾਈਡ ਮੂਵ ਹੋਈਆਂ। ਓਕਵਿਲ ਦੇ ਵਿੱਚ ਵੀ ਕਿੰਨੀ ਡਿਵੈਲਪਮੈਂਟ ਹੋ ਰਹੀ ਹੈ ਜੀ। ਹੁਣ ਇਹ ਜਿਹੜਾ ਟ੍ਰੈਂਡ ਆ ਇਦੋਂ ਬਾਹਰ ਵੱਧ ਕੇ, ਕਿਉਂਕਿ ਉਹ ਜਗ੍ਹਾ ਵੀ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਨੇ। ਹੁਣ ਜਿਹੜਾ ਕਿਚਨਰ ਵਾਟਰਲੂ ਤੇ ਕੈਂਬਰਿਜ ਵਾਲਾ ਏਰੀਆ ਜੀ, ਜਿਹਨੂੰ KWC ਕਹਿੰਦੇ ਆ ਜੀ, ਉੱਥੇ ਵੀ ਡਿਮਾਂਡ ਕਾਫੀ ਜ਼ਿਆਦਾ ਵੱਧਦੀ ਜਾ ਰਹੀ ਹੈ ਜੀ। ਉੱਥੇ ਵੀ ਐਕਟੀਵਿਟੀ ਆ ਹੁਣ ਬਹੁਤ ਵੱਧਦੀ ਜਾ ਰਹੀ ਆ। ਅੱਜ ਵੀ ਮੈਂ ਕਿਸੇ ਬਿਲਡਰ ਦੇ ਨਾਲ ਸੀਗਾ ਜੀ, ਉਹ ਮਤਲਬ ਆਪਣੇ ਬਣਾ ਰਹੇ ਨੇ ਘਰ
ਤੇ ਇੱਥੇ ਆਪਣੇ ਸਟੈਟਫੋਰਡ ਦੇ ਵਿੱਚ ਉਹ ਜਿੱਦਾਂ ਹੁਣ ਢਿੱਲੋਂ ਸਾਹਿਬ ਨੇ ਗੱਲ ਕੀਤੀ ਉਹ ਵਧੀਆ ਚੀਜ਼ ਆ। ਉੱਥੇ ਸ਼ਾਇਦ ਆਰਬੀਸੀ ਨੇ ਤੇ ਆਪਣੇ ਸਕੋਸ਼ੀਆ ਨੇ ਆਪਣਾ ਡਾਟਾ ਸੈਂਟਰ ਉੱਥੇ ਖੋਲਿਆ ਜੀ, ਬਟ ਇਹ ਹੈ ਕਿ ਉੱਥੇ ਚਲੋ ਬਿਲਡਰ ਨੂੰ ਕੋਈ ਵੀ ਡਿਵੈਲਪਮੈਂਟ ਚਾਰजेस ਨਹੀਂ ਪੇ ਕਰਨੇ ਪੈ ਰਹੇ ਉਸ ਸਿਟੀ ਨੂੰ, ਕਿਉਂਕਿ ਸਿਟੀ ਵੀ ਚਾਹੁੰਦਾ ਕਿ ਉੱਥੇ ਡਿਵੈਲਪਮੈਂਟ ਹੋਵੇ। ਸੋ ਉਹਦੇ ਕਰਕੇ ਉੱਥੇ ਪ੍ਰਾਈਸ ਪੁਆਇੰਟ ਘੱਟ ਆ ਹਜੇ ਜਿਹੜੀ ਇਹ ਬਾਹਰ ਵਾਲੀਆਂ ਜਗ੍ਹਾ ਨੇ ਇਹਨਾਂ ਦੇ ਵਿੱਚ ਮਤਲਬ ਪ੍ਰਾਈਸ ਪੁਆਇੰਟ ਘੱਟ ਆ। ਹਾਲਾਂਕਿ ਲੋਕਾਂ ਦੇ ਲਈ ਜਿਹੜੇ ਜੀਟੀਏ 'ਚ ਕੰਮ ਕਰਦੇ ਨੇ ਉੱਥੇ ਜਾ ਕੇ ਦੂਰ ਰਹਿਣਾ ਤੇ ਆਣਾ ਜਾਣਾ ਬਹੁਤ ਔਖਾ ਵਾ, ਪਰ ਜੇ ਹੁਣ ਕੋਈ ਹੋਰ ਹੱਲ ਨਾ ਹੋਊਗਾ ਇੱਥੇ ਜੀਟੀਏ 'ਚ ਨਾ ਤਾਂ ਉਹ ਰੈਂਟ ਤੇ ਲੈ ਸਕਦੇ ਆ ਨਾ ਉਹ ਆਪਣੇ ਬਾਏ ਕਰ ਸਕਦੇ ਜੀ, ਫਿਰ ਉਹ ਇਹਨਾਂ ਆਪਸ਼ਨਸ ਨੂੰ ਐਕਸਰਸਾਈਜ਼ ਕਰਨਗੇ, ਹੋਰ ਕੋਈ ਚੁਆਇਸ ਹੀ ਹੈ ਨਹੀਂ ਜੀ। ਸੇਮ ਗੱਲ ਹੋ ਜਾਏਗੀ ਸੌਰੀ ਜਿੱਦਾਂ ਬੰਬੇ ਦੇ ਵਿੱਚ ਆ ਜੀ, ਲੋਕੀ ਸਵੇਰੇ ਵੀ 2 ਘੰਟੇ ਜਾਂਦੇ ਆ ਜੀ ਤੇ ਸ਼ਾਮ ਨੂੰ ਵੀ 2 ਘੰਟੇ ਟਰੈਵਲ ਕਰਦੇ ਆ। ਦੂਸਰੀ ਵੱਡੀ ਗੱਲ ਇਹ ਹੈ ਜੀ ਕਿ ਪਹਿਲੋਂ ਅੱਜ ਤੋਂ ਜੇ 5-7 ਸਾਲ ਪਹਿਲੋਂ ਦੀ ਆਪਾਂ ਗੱਲ ਕਰੀਏ, ਜੇ ਆਪਾਂ ਆਪਣੀ ਕਮਿਊਨਿਟੀ ਦੀ ਹੀ ਗੱਲ ਕਰੀਏ, ਕਿਉਂਕਿ ਬਹੁਤ ਵੱਡੀ ਤਾਦਾਦ ਦੇ ਵਿੱਚ ਸਾਡੀ ਕਮਿਊਨਿਟੀ ਜੀਟੀਏ ਦੇ ਵਿੱਚ ਰਹਿੰਦੀ ਆ, ਔਰ ਪਿੱਛੇ ਜਿਹੜੇ 5-7 ਸਾਲ ਪਿੱਛੇ ਦੇਖੀਏ ਤਾਂ ਇੰਨੀਆਂ ਸੁੱਖ ਸਹੂਲਤਾਂ ਇਹਨਾਂ ਛੋਟੇ ਸ਼ਹਿਰਾਂ ਦੇ ਵਿੱਚ ਸਾਨੂੰ ਨਹੀਂ ਸੀਗੀਆਂ। ਗਰੋਸਰੀ ਲੈਣ ਲਈ ਸਾਨੂੰ ਇੱਥੇ ਆਉਣਾ ਪੈਂਦਾ ਸੀਗਾ ਵਾਪਸ, ਜੇ ਕੋਈ ਤੁਸੀਂ ਰੈਸਟੋਰੈਂਟ ਤੇ ਜਾਣਾ ਤਾਂ ਤੁਹਾਨੂੰ ਇੱਥੇ ਆਉਣਾ ਪੈਂਦਾ ਸੀਗਾ। ਕਈ ਛੋਟੇ ਸ਼ਹਿਰਾਂ ਦੇ ਵਿੱਚ ਗੁਰਦੁਆਰਾ ਸਾਹਿਬ ਮੰਦਿਰ ਨਹੀਂ ਹੈਗੇ। ਹੁਣ ਇਹ ਟ੍ਰੈਂਡ ਜਿਹੜਾ ਆ ਜੀ ਸਾਰੇ ਜੇ KWC ਦੀ ਆਪਾਂ ਗੱਲ ਕਰੀਏ, ਕਿਚਨਰ ਵਾਟਰਲੂ ਦੀ, ਕੈਂਬਰਿਜ ਦੀ, ਤਾਂ ਉੱਥੇ ਵੀ ਇਹ ਸਾਰੀਆਂ ਸੁੱਖ ਸਹੂਲਤਾਂ ਹੁਣ ਮੌਜੂਦ ਹੋਣੀਆਂ ਸ਼ੁਰੂ ਹੋ ਗਈਆਂ ਨੇ। ਚੰਗੇ ਚੰਗੇ ਰੈਸਟੋਰੈਂਟ ਉੱਥੇ ਖੁੱਲ ਗਏ ਨੇ, ਆਪਣੇ ਗਰੋਸਰੀ ਸਟੋਰਸ ਉੱਥੇ ਖੁੱਲ ਗਏ ਨੇ। ਸੋ ਲੋਕਾਂ ਦੇ ਵਿੱਚ ਇਹ ਮਤਲਬ ਕਿਉਂਕਿ ਜ਼ਾਹਿਰ ਹੈ ਕਿ ਜਿੱਥੇ ਸਾਨੂੰ ਇਹ ਸਾਰੀਆਂ ਚੀਜ਼ਾਂ ਮਿਲਣਗੀਆਂ ਅਸੀਂ ਉੱਥੇ ਹੀ ਸੈਟਲ ਹੋਣਾ ਪਸੰਦ ਕਰਾਂਗੇ। ਸੋ ਹੁਣ ਇਹ ਵੀ ਚੀਜ਼ਾਂ ਜਿਹੜੀਆਂ ਨੇ ਇੱਕ ਐਡੀਸ਼ਨ ਹੋਈ ਆ, ਸੁੱਖ ਸਹੂਲਤਾਂ ਮਿਲੀਆਂ ਨੇ, ਤਾਂ ਉਹ ਟ੍ਰੈਂਡ ਜਿਹੜਾ ਕਿ ਆਪਾਂ ਦੇਖ ਸਕਦੇ ਹਾਂ ਕਿ ਲੋਕ ਇਹ ਕਹਿੰਦੇ ਕਿ ਅਸੀਂ ਇੱਥੇ ਜੋ ਮਿਲੀਅਨ ਦਾ ਘਰ ਲੈਣਾ ਕਿਉਂ ਨਾ ਅਸੀਂ 7 ਲੱਖ ਦਾ ਜਾ ਕੇ ਉੱਥੇ ਲੈ ਲਈਏ ਤੇ ਉਹ ਸੇਮ ਹੀ ਕੁਆਲਿਟੀ ਆਫ ਲਾਈਫ ਉੱਥੇ ਵੀ ਇੰਜੋਏ ਕਰ ਸਕਦੇ। ਸਪ੍ਰਿੰਗ ਦੀ ਮਾਰਕੀਟ ਦੀ ਗੱਲ ਕੀਤੀ ਜਾਵੇ ਤਾਂ ਹੁਣ ਕਿੱਧਰ ਨੂੰ ਜਾ ਰਹੀ ਹੈ ਸਪ੍ਰਿੰਗ ਦੀ ਮਾਰਕੀਟ ਤੇ ਕੀ ਇੰਪੈਕਟ ਇਸ ਵਕਤ ਆਉਣ ਵਾਲੇ ਟਾਈਮ 'ਚ ਪੈਣ ਨੂੰ? ਜਿਹੜੀ ਸਪ੍ਰਿੰਗ ਦੀ ਮਾਰਕੀਟ ਆ ਤਰਨ ਜੀ, ਉਹਦੇ 'ਚ ਮਤਲਬ ਜਿਵੇਂ ਕਹ ਲਓ ਕਿ ਇਸ ਟਾਈਮ ਮਾਰਕੀਟ ਦੇ ਵਿੱਚ ਕਾਫੀ ਐਕਟੀਵਿਟੀ ਆ। ਜਿੱਦਾਂ ਕਿ ਆਪਾਂ ਦੇਖ ਰਹੇ ਹਾਂ ਕਿ ਜਿੰਨੀਆਂ ਨੰਬਰ ਆਫ ਲਿਸਟਿੰਗਸ ਆ ਰਹੀਆਂ ਨੇ, ਨੰਬਰ ਆਫ ਸੇਲਸ ਉਸ ਤੋਂ ਜ਼ਿਆਦਾ ਹੋ ਰਹੀਆਂ ਨੇ। ਕਹਿਣ ਦਾ ਮਤਲਬ ਇਹ ਆ ਕਿ ਮਾਰਕੀਟ ਦੇ ਵਿੱਚ ਕਾਫੀ ਐਕਟੀਵਿਟੀ ਹੋ ਰਹੀ ਆ। ਅੱਜ ਤੋਂ ਆਪਾਂ 2 ਮਹੀਨੇ ਪਹਿਲਾਂ ਗੱਲ ਕਰ ਰਹੇ ਸੀਗੇ, ਸਾਨੂੰ ਕਾਫੀ ਦਰਸ਼ਕ ਮਤਲਬ ਕਾਲ ਕਰਕੇ ਵੀ ਪੁੱਛਦੇ ਸੀ ਕਿ ਜੀ ਇਹ ਬਾਇਰਸ ਮਾਰਕੀਟ ਆ ਹੁਣ, ਪਰ ਜੋ ਮੈਨੂੰ ਹਾਲਾਤ ਨਜ਼ਰ ਆ ਰਹੇ ਨੇ ਇਹ ਡੈਫੀਨੇਟਲੀ ਮਾਰਕੀਟ ਦੁਬਾਰਾ ਫਿਰ ਸੈਲਰਸ ਮਾਰਕੀਟ 'ਚ ਜਿਹੜੀ ਇਹ ਚੇਂਜ ਹੋ ਜਾਏਗੀ ਜੀ, ਜੇ ਇਨਵੈਂਟਰੀ ਦਾ ਨੰਬਰ ਨਹੀਂ ਇੰਪਰੂਵ ਹੁੰਦਾ। ਔਰ ਇਨਵੈਂਟਰੀ ਦਾ ਨੰਬਰ ਇੰਪਰੂਵ ਹੋਣ ਦਾ ਮਤਲਬ ਮੈਨੂੰ ਕੋਈ ਲੌਜਿਕ ਨਹੀਂ ਸਮਝ ਆ ਰਿਹਾ ਵੀ ਕੋਈ ਇੰਪਰੂਵ ਹੋਏਗਾ, ਨਾ ਤਾਂ ਦੇਖੋ ਇੰਨੀ ਤੇਜ਼ੀ ਨਾਲ ਘਰ ਬਣ ਸਕਦੇ ਨੇ। ਔਰ ਜਦੋਂ ਇਨਵੈਂਟਰੀ ਦਾ ਨੰਬਰ ਘੱਟ ਹੁੰਦਾ ਜੀ, ਜਿਹੜੇ ਸੈਲਰਸ ਅਪ ਸਾਈਜ਼ ਜਾਂ ਡਾਊਨ ਸਾਈਜ਼ ਕਰਨਾ ਚਾਹ ਰਹੇ ਹੁੰਦੇ ਆ ਉਹਨਾਂ ਦੇ ਵਿੱਚ ਵੀ ਮਾਰਕੀਟ ਬਾਰੇ ਕੌਨਫੀਡੈਂਸ ਘਟ ਜਾਂਦਾ ਜੀ, ਕਿਉਂਕਿ ਉਹਨਾਂ ਨੂੰ ਇਹ ਹੁੰਦਾ ਵੀ ਅਸੀਂ ਜੇ ਵੇਚਾਂਗੇ ਤਾਂ ਅਸੀਂ ਅੱਗੇ ਕਿੱਥੇ ਜਾਵਾਂਗੇ, ਸਾਨੂੰ ਅੱਗੇ ਨਹੀਂ ਕੋਈ ਚੀਜ਼ ਮਿਲੇਗੀ। ਅੱਛਾ, ਜਦੋਂ ਜਿਹੜਾ ਬੰਦਾ ਇਹ ਹੁੰਦਾ ਉਹ ਮਾਰਕੀਟ 'ਚ ਆਪਣੇ ਘਰ ਨੂੰ ਨਹੀਂ ਲੈ ਕੇ ਆਉਂਦਾ, ਜਦੋਂ ਮਾਰਕੀਟ ਦੇ ਵਿੱਚ ਕੋਈ ਘਰ ਨਹੀਂ ਆਉਂਦਾ ਤਾਂ ਇਨਵੈਂਟਰੀ ਦਾ ਨੰਬਰ ਆ ਜਿਹੜਾ ਹਮੇਸ਼ਾ ਜੀ ਉਹ ਥੱਲੇ ਹੀ ਰਹਿੰਦਾ ਜੀ ਉਹ। ਸੋ ਮੈਨੂੰ ਨਹੀਂ ਲੱਗ ਰਿਹਾ ਕਿ ਇਹ ਸਪ੍ਰਿੰਗ ਜਿਹੜੀ ਮਾਰਕੀਟ ਆ ਇਹਦੇ ਵਿੱਚ ਆਪਾਂ ਨੂੰ ਕੋਈ ਇਹੋ ਜਿਹੀ ਚੀਜ਼ ਨਜ਼ਰ ਆਏਗੀ ਕਿ ਹਾਂਜੀ ਕਿ ਹੁਣ ਮਤਲਬ ਮਾਰਕੀਟ ਬੈਲੈਂਸਡ ਆ ਵੀ ਇਹਦੇ 'ਚ ਮਤਲਬ ਲੋਕੀ ਨਾਰਮਲੀ ਘਰ ਖਰੀਦ ਰਹੇ ਆ ਜਾਂ ਵੇਚ ਰਹੇ ਆ। ਮਾਰਕੀਟ ਇਹ ਜਿਹੜੀ ਜੀਟੀਏ ਦੀ ਮੈਨੂੰ ਇਹਦੇ 'ਚ 2 ਹੀ ਸਾਈਕਲਾਂ ਨਜ਼ਰ ਆ ਰਹੀਆਂ ਨੇ, ਜਾਂ ਤਾਂ ਇਹਨੂੰ ਇੱਕਦਮ ਪ੍ਰੈਸ਼ਰ ਪਾ ਕੇ ਥੱਲੇ ਕਰ ਦੋ ਤੇ ਨਹੀਂ ਤਾਂ ਫਿਰ ਉੱਤੇ ਤਾਂ ਹੈਗੀ ਉੱਤੇ ਨਾਲੇ ਜੀ ਨਾ ਹੀ ਆ ਵੀ ਸਪ੍ਰਿੰਗ ਉੱਪਰ ਨੂੰ ਜ਼ਿਆਦਾ ਜਾਣ ਦੀ ਕਰਦਾ, ਜਦੋਂ ਦਬਾਵਾਂਗੇ ਤਾਂ ਉਹਨੇ ਡੈਫੀਨਿਟਲੀ ਉੱਪਰ ਆਉਣਾ ਹੀ ਆਉਣਾ ਹੈ। ਤੁਸੀਂ ਉੱਪਰ ਦੀ ਗੱਲ ਕੀਤੀ ਹੈ, ਘਰਾਂ ਦੀਆਂ ਕੀਮਤਾਂ ਹੁਣ ਕਿੰਨੀਆਂ ਕੁ ਉੱਪਰ ਤੱਕ ਜਾਣ ਦੀ ਸੰਭਾਵਨਾ ਹੈਗੀ ਹੈ ਸਪ੍ਰਿੰਗ ਦੇ ਵਿੱਚ? ਜੇ ਮੈਂ ਗੱਲ ਕਰਾਂ ਤਾਂ ਕੀ ਹੁਣ ਕੀਮਤਾਂ ਵਧਣੀਆਂ ਸ਼ੁਰੂ ਹੋ ਚੁੱਕੀਆਂ ਨੇ? ਤੁਸੀਂ ਇੱਕ ਚੀਜ਼ ਦੇਖੋ ਜੀ, ਅੱਜ ਤੋਂ ਜੇ ਆਪਾਂ 2 ਹਫ਼ਤੇ ਪਹਿਲਾਂ ਗੱਲ ਕਰੀਏ ਤਾਂ 2 ਹਫ਼ਤੇ ਪਹਿਲਾਂ ਦੀਆਂ ਜਿਹੜੀਆਂ ਇਕਨੋਮਿਸਟ ਸੀ ਜਿਨ੍ਹਾਂ ਦੀਆਂ ਨਿਊਜ਼ ਸੀਗੀ, ਹਾਲਾਂਕਿ ਮੈਂ ਉਹਦੇ ਨਾਲ ਐਗਰੀ ਨਹੀਂ ਸੀ ਕਰਦਾ ਉਦੋਂ ਵੀ। ਇਹ ਅਕਸਰ ਆਪਣੀ ਮੈਂ ਤੁਹਾਨੂੰ ਕਹਿੰਦੀ ਸੀ ਫਲਾਣੇ ਨਿਊਜ਼ ਚੈਨਲ ਨੇ ਤਾਂ ਇਹ ਸਾਨੂੰ ਹਵਾਲਾ ਦੇ ਕੇ ਗੱਲ ਕੀਤੀ ਹੈ ਕਿ ਆਹ ਗੱਲ ਕੀਤੀ, ਪਰ ਮੈਂ ਕਦੇ ਵੀ ਇਸ ਚੀਜ਼ ਤੇ ਐਗਰੀ ਨਹੀਂ ਕੀਤਾ ਜੀ। ਹਾਂਜੀ, ਉਹ ਕਹਿੰਦੇ ਸੀਗੇ ਕਿ ਮਾਰਕੀਟ ਇਸ ਸਾਲ 15% ਥੱਲੇ ਜਾਏਗੀ, ਸ਼ਾਇਦ ਕੁਝ ਇਦਾਂ ਦੀ ਇੱਕ ਪ੍ਰੈਡਿਕਸ਼ਨ ਆਈ ਸੀ। ਤੇ ਆ ਹੁਣ ਵਾਲੀ ਦੱਸੋ ਢਿੱਲੋਂ ਸਾਹਿਬ, ਅੱਜ ਕੀ ਪ੍ਰੈਡਿਕਸ਼ਨ ਹੈ ਜੀ ਉਹਨਾਂ ਦੀ? ਅੱਜ ਹੁਣ ਪ੍ਰੈਡਿਕਸ਼ਨ ਉਹ ਇਹ ਕਰ ਰਹੇ ਜੀ ਕਿ ਜੀਟੀਏ ਦੀ ਮਾਰਕੀਟ ਜਿਹੜੀ ਹੈ 7.5% ਉੱਪਰ ਜਾਏਗੀ, ਔਰ ਕੈਨੇਡਾ ਦੀ ਜਿਹੜੀ ਓਵਰਆਲ ਕੈਨੇਡਾ ਦੀ ਜੇ ਮਾਰਕੀਟ ਜੇ ਆਪਾਂ ਦੇਖੀਏ ਉਹ ਤਕਰੀਬਨ 4.5% ਉੱਤੇ ਜਾਏਗੀ। ਸੋ ਡੈਫੀਨਿਟਲੀ ਹੁਣ ਕਿੱਥੇ 15% ਉਹ ਡਾਊਨ ਕਹਿ ਰਹੇ ਸੀਗੇ ਮਾਰਕੀਟ ਜਾਏਗੀ ਤੇ ਕਿੱਥੇ 7% ਉੱਤੇ, ਤੇ ਆਲਮੋਸਟ 25% ਦੇ ਨੇੜੇ ਮਾਰਕੀਟ ਜਿਹੜੀ ਆ ਉਹ ਪੋਜ਼ਿਟਿਵ। ਪੂਰਾ ਜਿਹੜਾ ਚੇਂਜ ਆ ਜੀ ਉਹ ਉਹਨਾਂ ਨੇ ਆਪ ਹੀ ਅਨਾਉਂਸ ਕਰਤੀ, ਪਰ ਮੇਰੀ ਇੱਕ ਆਪਣੀ ਪਰਸਨਲ ਜੱਜਮੈਂਟ ਹੈ ਜੀ, ਜੇ ਮਾਰਕੀਟ
ਜਿੱਦਾਂ ਜੇ ਇਨਵੈਂਟਰੀ ਦਾ ਨੰਬਰ ਇੰਪਰੂਵ ਨਹੀਂ ਹੁੰਦਾ, ਜਿਹੜਾ ਕਿ ਮੈਨੂੰ ਲੱਗਦਾ ਕਿ ਨਹੀਂ ਇੰਪਰੂਵ ਹੋਣਾ, ਜੋ ਮੇਰੀ ਮਤਲਬ ਮਾਰਕੀਟ ਨੂੰ ਦੇਖਦੇ ਹੋਏ ਜੋ ਮੈਨੂੰ ਸਮਝ ਆ ਰਹੀ ਹੈ ਜੀ, ਇਹ ਮਾਰਕੀਟ ਜੇ ਜਨਵਰੀ ਤੋਂ ਲੈ ਕੇ ਹੁਣ ਤੱਕ ਜੀ 2-3% ਮਾਰਕੀਟ ਦਾ ਫਰਕ ਪੈ ਚੁੱਕਿਆ ਜੀ, ਪ੍ਰਾਈਸਸ ਦੇ ਵਿੱਚ ਪੈ ਚੁੱਕਿਆ ਜੀ। 1% ਵੀ ਆਪਾਂ ਲਾ ਲਈਏ ਜੀ ਫਰਕ, ਇਹ ਮਾਰਕੀਟ ਦਾ ਈਅਰ ਐਂਡ ਤੇ ਘੱਟੋ ਘੱਟ 15% ਦਾ ਫਰਕ ਹੋਏਗਾ ਜੀ, ਸਿੱਧਾ ਪ੍ਰਾਈਸਿੰਗ ਜੋ ਮੇਰੀ ਜਜਮੈਂਟ ਹੈ ਜੀ। ਘੱਟੋ ਘੱਟ 1% ਦਾ ਹਰ ਮਹੀਨੇ ਫਰਕ ਕੋਈ ਖਾਸ ਗੱਲ ਹੀ ਨਹੀਂ ਹੈ ਜੀ। ਜਿਵੇਂ ਮੈਂ ਗੱਲ ਕਰ ਰਹੀ ਸੀ, ਬੈਂਕ ਆਫ ਕੈਨੇਡਾ ਨੇ ਵੀ ਇਹ ਸਟੇਟਮੈਂਟ ਦਿੱਤੀ ਸੀ ਕਿ 2024 ਦੇ ਐਂਡ ਤੱਕ ਜਿਹੜੀ ਮਹਿੰਗਾਈ ਹੈ 2.5 ਤੋਂ 3 ਤੱਕ ਆ ਜਾਏਗੀ। ਸੋ ਇੰਟਰਸਟ ਰੇਟ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਟਾਈਮ 'ਚ ਹੁਣ ਘਟਣੇ ਵੀ ਸ਼ੁਰੂ ਹੋ ਸਕਦੇ ਆ? ਡੈਫੀਨਿਟਲੀ ਜੀ, ਇਹ ਕਿਉਂਕਿ ਇੰਡੀਕੇਸ਼ਨ ਦੇਖੋ ਹੁਣ ਆਲਰੇਡੀ ਬੈਂਕਸ ਨੇ ਇਹ ਇੰਡੀਕੇਸ਼ਨ ਦੇਣੀ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਵੇਰੀਏਬਲ ਰੇਟ ਉਹ ਥੱਲੇ ਨਹੀਂ ਲਿਆ ਰਹੇ, ਲੇਕਿਨ ਫਿਕਸਡ ਰੇਟ ਜਿਹੜਾ ਉਹ ਉਹਨਾਂ ਨੇ ਅਟਰੈਕਟਿਵ ਕਰਨਾ ਸ਼ੁਰੂ ਕਰ ਦਿੱਤਾ ਆ। ਜਿਹੜਾ ਕਿਉਂਕਿ ਬੈਂਕ ਵੀ ਦੇਖੋ ਉਹ ਮਾਰਕੀਟ 'ਚ ਪੈਸਾ ਬਣਾਉਣ ਲਈ ਨੇ, ਉਹਨਾਂ ਨੂੰ ਪਤਾ ਆ ਕਿ ਜੇ ਅਸੀਂ ਫਿਕਸ ਰੇਟ ਇੱਥੋਂ ਤੱਕ ਦੇ ਦਾਂਗੇ ਤਾਂ ਫਿਰ ਵੀ ਵੇਰੀਏਬਲ ਰੇਟ ਨਾਲੋਂ ਅਸੀਂ ਜ਼ਿਆਦਾ ਪੈਸੇ ਬਣਾ ਲੈਣੇ ਆ। ਸੋ ਉਹ ਵੀ ਅਟਰੈਕਟ ਕਰ ਰਹੇ ਆ ਕਿਉਂਕਿ ਉਹਨਾਂ ਦਾ ਬਿਜ਼ਨਸ ਹੀ ਇਹ ਹੈ ਕਿ ਜੇ ਮੌਰਗੇजेस ਹੋਣਗੀਆਂ ਤਾਂ ਹੀ ਉਹ ਪੈਸਾ ਬਣਾਉਣਗੇ। ਸੋ ਡੈਫੀਨਿਟਲੀ ਲੱਗਦਾ ਹੈ ਕਿ ਇਸ ਸਾਲ ਦੇ 4th ਕੁਆਟਰ ਤੱਕ ਜਿਹੜੇ ਇੰਟਰਸਟ ਰੇਟ ਇਵਨ ਵੇਰੀਏਬਲ ਵੀ ਨੇ ਉਹ ਥੱਲੇ ਵੱਲ ਨੂੰ ਚਾਲਾ ਪਾ ਦੇਣਗੇ ਜੀ। ਤੇ ਖਾਸ ਤੌਰ ਤੇ ਉਹਨਾਂ ਨੂੰ ਸ਼ਾਇਦ ਥੋੜੀ ਰਾਹਤ ਜ਼ਰੂਰ ਮਿਲਦੀ ਹੋਈ ਨਜ਼ਰ ਆਉਗੀ ਜਿਹੜੇ ਇਸ ਵਕਤ ਜਾਂ ਤਾਂ ਕਲੋਜ਼ਿੰਗ ਦੇ ਨਜ਼ਦੀਕ ਉੱਥੇ ਬੈਠੇ ਨੇ, ਜਾਂ ਫਿਰ ਜਿਨ੍ਹਾਂ ਦੀ ਉਸ ਵਕਤ ਦੁਬਾਰਾ ਰੀਨਿਊਅਲ ਆਉਣ ਵਾਲੀ ਹੈ, ਉਹਨਾਂ ਨੂੰ ਇਹ ਹੈ ਕਿ ਘੱਟੋ ਘੱਟ ਐਟਲੀਸਟ ਕੁਝ ਤਾਂ ਸਾਨੂੰ ਸਹਾਰਾ ਜ਼ਰੂਰ ਮਿਲੇਗਾ। ਤੇ ਸਭ ਤੋਂ ਪਹਿਲਾਂ ਹੁਣ ਇਹ ਜ਼ਰੂਰ ਮੈਂ ਗੱਲ ਤੁਹਾਨੂੰ ਪੁੱਛਣਾ ਚਾਹਾਂਗੀ, ਕਹਿੰਦੇ ਹਰੇਕ ਖੇਤਰ ਦੇ ਵਿੱਚ ਟੈਕਨੋਲੋਜੀ ਆ ਰਹੀ ਆ, ਰੀਅਲ ਸਟੇਟ ਦੀ ਗੱਲ ਕੀਤੀ ਜਾਵੇ, ਚੈਟ GPT ਉੱਥੇ ਵੀ ਬਹੁਤ ਜ਼ਿਆਦਾ ਫੇਮਸ ਹੋ ਰਹੀ ਹੈ, ਕੀ ਕਹਿਣਾ ਚਾਹੋਗੇ? ਦੇਖੋ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਜੀ, AI, ਇਹਨੇ ਮੈਨੂੰ ਇਹ ਲੱਗ ਰਿਹਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਆਪਣੇ ਹਰ ਲਾਈਫ ਦੇ ਪਾਰਟ ਤੇ ਇਹ ਇੰਪੈਕਟ ਪਾਏਗੀ। ਇਹ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ, ਟੈਕਨੋਲੋਜੀ ਹੈ ਜਿਹੜੀ, ਇਹਨੂੰ ਤੁਸੀਂ ਰੋਕ ਨਹੀਂ ਸਕਦੇਗੇ। ਇਹ ਜਿਹੜੀ ਦਿਨ ਬ ਦਿਨ ਮਤਲਬ ਹਰ ਚੀਜ਼ ਨਵੀਂ ਐਡਵਾਂਸ ਹੋ ਰਹੀ ਆ, ਔਰ ਇਹ ਚੀਜ਼ਾਂ ਨੇ ਜਿਹੜੀਆਂ ਇਹਨਾਂ ਨੇ ਆਪਣੇ ਇੰਪੈਕਟ ਪਾਣਾ ਹੀ ਪਾਣਾ ਆਪਣੀ ਲਾਈਫ ਤੇ, ਔਰ ਲਾਈਫ ਦੇ ਵਿੱਚ ਜੇ ਇੰਪੈਕਟ ਪਾਣਗੇ ਤਾਂ ਇਹਨਾਂ ਨੇ ਆਪਣੇ ਬਿਜ਼ਨਸ ਦੇ ਵਿੱਚ ਵੀ ਇੰਪੈਕਟ ਪਾਣਾ ਹੀ ਆ। ਹੁਣ ਤੁਸੀਂ ਇੱਕ ਚੀਜ਼ ਦੇਖੋ, ਤੁਸੀਂ ਮੀਡੀਆ ਦੇ ਵਿੱਚ ਖੁਦ ਹੋ, ਦੇਰ ਬਿਗ ਚੇਂਜ ਆਈ ਹੈ ਮੀਡੀਆ ਦੇ ਵਿੱਚ ਜੀ। ਪ੍ਰਿੰਟ ਮੀਡੀਆ ਤੋਂ ਜਿਹੜਾ ਡਿਜੀਟਲ ਮੀਡੀਆ ਉਹ ਜਿਵੇਂ ਕਹ ਲਓ ਕਿ ਆਲਮੋਸਟ ਬਦਲ ਚੁੱਕਿਆ ਜੀ। ਮਤਲਬ ਪ੍ਰਿੰਟ ਮੀਡੀਆ ਦੇ ਵਿੱਚ ਲੋਕਾਂ ਦਾ ਕੋਈ ਬਹੁਤ ਜ਼ਿਆਦਾ ਇੰਨਾ ਇੰਟਰਸਟ ਨਹੀਂ ਰਿਹਾ, ਰੁਝਾਨ ਨਹੀਂ ਰਿਹਾ ਉਹਨਾਂ ਦਾ। ਸੋ ਇਦਾਂ ਹੀ ਇਹ ਜਿਹੜੀ ਆਪਣੀ ਚੈਟ GPT ਹੈ ਜੀ, ਇਹਦੇ 'ਚ ਹਜੇ ਮੈਨੂੰ ਸਿਰਫ ਇੱਕੋ ਹੀ ਚੀਜ਼ ਨਜ਼ਰ ਆ ਰਹੀ ਹੈ, ਕਿਉਂਕਿ ਜਿਹੜੇ ਇਹਦੇ 'ਚ ਡੇਟਾ ਵਾ ਜੀ ਉਹ 2021 ਤੱਕ ਦਾ, ਮਤਲਬ ਉਸ ਤੋਂ ਬਾਅਦ ਤੱਕ ਦਾ ਹਜੇ ਡੇਟਾ ਇਹ ਨਹੀਂ ਹੈ। ਇਹ ਹੁਣ ਚੱਲ ਰਿਹਾ ਵਾ ਜੀ ਕਿ ਜਦੋਂ ਇਹਨੇ ਆਨਲਾਈਨ ਮਤਲਬ ਇੰਟਰਨੈਟ ਦੇ ਨਾਲ ਇਹਨੇ ਟਾਈ ਅਪ ਹੋ ਜਾਣਾ ਜੀ, ਔਰ ਜਦੋਂ ਇਹਨੇ ਇੰਟਰਨੈਟ ਦੇ ਨਾਲ ਟਾਈ ਅਪ ਹੋ ਜਾਣਾ ਜੀ, ਉਦੋਂ ਇਹਨੇ ਇੱਕ ਬਹੁਤ ਵੱਡੀ ਰੈਵੋਲੂਸ਼ਨ ਲੈ ਕੇ ਆਉਣੀ ਹੈ ਜੀ ਰੀਅਲ ਸਟੇਟ ਇੰਡਸਟਰੀ ਦੇ ਵਿੱਚ ਵੀ ਇਸ ਚੀਜ਼ ਨੇ। ਕਿਉਂਕਿ ਜਿਹੜੀ ਚੀਜ਼ ਅੱਜ ਤੁਸੀਂ ਇੱਕ ਚੀਜ਼ ਦੱਸੋ, ਜੋ ਅੱਜ ਚੀਜ਼ ਮੈਂ ਇੱਥੇ ਬੋਲ ਰਿਹਾ ਜੀ, ਜੋ ਆਪਾਂ ਹੁਣ ਇੱਥੇ ਗੱਲ ਕਰ ਰਹੇ ਆ ਜੀ, ਇੱਥੇ ਮੈਨੂੰ ਬੋਲਣ ਦੀ ਲੋੜ ਨਹੀਂ ਪੈਣੀ ਜੀ, ਕਿਸੇ ਨੂੰ ਮੈਨੂੰ ਸੁਣਨ ਦੀ ਲੋੜ ਨਹੀਂ ਪੈਣੀ ਜੀ। ਉਹਨਾਂ ਨੇ ਇਹ ਜਿਹੜੀ ਚੀਜ਼ ਹੈ ਜੀ 2 ਮਿੰਟਾਂ ਦੇ ਵਿੱਚ ਆਪ ਦੇਖ ਲੈਣੀ ਹੈ। ਮਤਲਬ ਇਸ ਚੀਜ਼ ਨੇ ਇੰਨਾ ਵੱਡਾ ਫਰਕ ਪਾ ਦੇਣਾ ਜੀ। ਰੀਅਲਟਰਸ ਦੇ ਉੱਤੇ ਕੀ ਫਰਕ ਪਏਗਾ? ਡੈਫੀਨਿਟਲੀ ਉਹਨਾਂ ਦੇ ਉੱਤੇ ਵੀ ਫਰਕ ਪੈਣਾ ਜੀ। ਇਹ ਅੱਜ ਜੋ ਮੈਨੂੰ ਹੁਣ ਵੀ ਜਿਹੜੀ ਚੇਂਜ ਨਜ਼ਰ ਆ ਰਹੀ ਹੈ, ਜਿੱਦਾਂ ਤਰਨ ਜੀ ਮੈਂ ਜਦੋਂ 18 ਸਾਲ ਪਹਿਲਾਂ ਕੰਮ ਸ਼ੁਰੂ ਕੀਤਾ ਜੀ, ਢਿੱਲੋਂ ਸਾਹਿਬ ਮੇਰੇ ਤੋਂ ਵੀ ਪੁਰਾਣੇ ਨੇ ਇਸ ਬਿਜ਼ਨਸ ਦੇ ਵਿੱਚ, 18 ਸਾਲਾਂ 'ਚ ਬਹੁਤ ਚੇਂਜ ਦੇਖੀ ਹੈ ਜੀ ਅਸੀਂ ਇਸ ਬਿਜ਼ਨਸ ਦੇ ਵਿੱਚ। ਮਤਲਬ ਜੋ ਬਿਗੇਸਟ ਚੇਂਜ ਮੈਨੂੰ 18 ਸਾਲਾਂ ਦੇ ਵਿੱਚ ਲੱਗੀ ਹੈ ਜੀ, ਉਹ ਇਹ ਲੱਗੀ ਹੈ ਕਿ ਅੱਜ ਦੀ ਡੇਟ ਦੇ ਵਿੱਚ ਜਿਹੜਾ ਰੀਅਲਟਰ ਇਨਫੋਰਮਡ ਨਹੀਂਗਾ, ਸਕਿੱਲਫੁਲ ਨਹੀਂਗਾ, ਉਹਨੂੰ ਮਾਰਕੀਟ ਦੇ ਵਿੱਚ ਕੰਮ ਕਰਨਾ ਕਾਫੀ ਔਖਾ ਹੋ ਰਿਹਾ। ਮਤਲਬ ਉਹਨੂੰ ਮਾਰਕੀਟ ਦੇ ਵਿੱਚ ਕੰਮ ਕਰਨਾ ਕਾਫੀ ਔਖਾ ਹੋ ਰਿਹਾ। ਮੈਂ ਇਹ ਚੀਜ਼ ਦੀ ਅੱਗੇ ਵੀ ਕਈ ਵਾਰ ਐਗਜ਼ਾਮਪਲ ਦਿੱਤੀ ਆ ਕਿ ਤੁਸੀਂ ਇੱਕ ਚੀਜ਼ ਦੇਖੋ, ਅੱਜ ਤੋਂ ਮੇਰਾ ਖਿਆਲ ਜੇ 20 ਸਾਲ ਪਹਿਲਾਂ ਤੁਸੀਂ 올림픽 ਰਿਕਾਰਡਸ ਦੇਖੋ ਤੇ ਅੱਜ ਦੇ 올림픽 ਰਿਕਾਰਡਸ ਦੇਖੋ, ਉਹਨਾਂ ਦੇ ਵਿੱਚ ਕਾਫੀ ਫਰਕ ਹੈ। ਸੇਮ ਗੇਮ ਦੇ ਵਿੱਚ ਮੈਨੂੰ ਹਾਲਾਂਕਿ ਬਹੁਤੀ ਔਰ ਰਿਕਾਰਡਸ ਦੇ ਵਿੱਚ ਕਾਫੀ ਫਰਕ ਹੈ। ਕਿੰਨੀ ਚੀਜ਼ਾਂ ਐਫੀਸ਼ੀਐਂਟ ਹੁੰਦੀਆਂ ਜਾ ਰਹੀਆਂ ਨੇ ਔਰ ਕਿੰਨੀਆਂ ਬੈਟਰ ਹੁੰਦੀਆਂ ਜਾ ਰਹੀਆਂ ਨੇ। ਉਦਾਂ ਹੀ ਆਪਣੇ ਤੁਸੀਂ ਘਰ ਵੀ ਦੇਖ ਲਓ, ਬਾਕੀ ਸਾਰੀਆਂ ਚੀਜ਼ਾਂ ਵੀ। ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਰੀਅਲਟਰ, ਜੋ ਮੈਨੂੰ ਲੱਗਦਾ ਰੀਅਲ ਸਟੇਟ ਇੰਡਸਟਰੀ ਦੇ ਵਿੱਚ ਜਿਹੜਾ ਪ੍ਰੋਫੈਸ਼ਨਲ, ਬਾਕੀ ਪ੍ਰੋਫੈਸ਼ਨਲਸ ਬਾਰੇ ਮੈਂ ਹਜੇ ਕੁਝ ਨਹੀਂ ਕਹਿ ਸਕਦਾਗਾ, ਉਹ ਸਕਿੱਲਫੁਲ ਤੇ ਨੌਲੇਜੇਬਲ ਨਹੀਂ ਹੋਊਗਾ ਜੀ। ਉਹ ਹੁਣ ਜੇ ਆਪਾਂ ਕੋਈ ਵੀ ਚੀਜ਼ ਆ, ਹੁਣ ਕਲਾਇੰਟ ਹੈ ਜੀ, ਤੁਸੀਂ ਕਲਾਇੰਟ ਨਾਲ ਕੋਈ ਵੀ ਗੱਲ ਕਰ ਰਹੇ ਹੋ,
ਕਲਾਇੰਟ ਨਾਲ ਤੁਸੀਂ ਗੱਲ ਕਰਦੇ ਹੋ, ਤੁਹਾਡੇ ਤੋਂ ਕੋਈ ਕੁਐਸਚਨ ਪੁੱਛਦਾ, ਹਜੇ ਉਹਨੂੰ ਇੰਟਰਨੈਟ ਤੇ ਸਰਚ ਕਰਕੇ ਉਹ ਚੀਜ਼ਾਂ ਨੂੰ ਦੇਖਣ ਦੀ ਲੋੜ ਪੈਂਦੀ ਆ। ਜਦੋਂ ਇਹ ਚੀਜ਼ਾਂ ਨੇ ਬਿਲਕੁਲ ਲਾਈਵ ਹੋ ਜਾਣਾ ਆਨਲਾਈਨ ਇੰਟਰਨੈਟ ਦੇ ਨਾਲ, ਉਹਨੂੰ ਕੋਈ ਵੀ ਸਰਚ ਕਰਨ ਦੀ ਲੋੜ ਨਹੀਂ ਹੈ। ਉਹਨੇ ਸਿਰਫ ਆਪਣਾ ਕੁਐਸਚਨ ਪਾਉਣਾ, ਉਹਨੇ ਜਦੋਂ ਆਪਣਾ ਕੁਐਸਚਨ ਪਾਉਣਾ ਤੇ ਉਹਨੂੰ ਉਹ ਸਾਰੀ ਇਨਫੋਰਮੇਸ਼ਨ ਆ ਜਾਣੀ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਕਿ ਰਿਐਲਿਟੀ ਕੀ ਆ। ਦੈਨ ਉਹਨੇ ਇਹ ਦੇਖਣਾ ਕਿ ਰਿਐਲਟਰ ਮੈਨੂੰ ਇਹ ਬੰਦਾ ਕੀ ਗੱਲ ਕਹਿ ਰਿਹਾ ਤੇ ਆ ਮੈਨੂੰ ਚੀਜ਼ ਕੀ ਇਨਫੋਰਮੇਸ਼ਨ ਆ ਰਹੀ ਹੈ। ਉਹਦੇ ਕੋਲ ਇਨਫੋਰਮੇਸ਼ਨ ਰਿਐਲਟਰ ਤੋਂ ਵੀ ਜ਼ਿਆਦਾ ਐਡਵਾਂਸ ਹੋ ਜਾਣੀ ਆ ਉਸ ਟਾਈਮ ਤੇ ਲਈ। ਉਦੋਂ ਜੇ ਤੁਸੀਂ ਸਕਿੱਲਫੁਲ ਨਹੀਂ ਹੋਵੋਗੇ ਤਾਂ ਤੁਹਾਡਾ ਉਸ ਕਲਾਇੰਟ ਦੇ ਨਾਲ ਕੰਮ ਕਰਨਾ ਕਾਫੀ ਔਖਾ ਹੋ ਜਾਏਗਾ। ਕਹਿੰਦੇ ਇਸ ਵਕਤ ਰੀਅਲਟਰਸ ਜਿਹੜੇ ਨੇ ਡਰਾ ਕੇ ਬਹੁਤ ਜ਼ਿਆਦਾ ਰੱਖਿਆ ਹੋਇਆ ਵਾ ਕਿ ਕਦੇ ਕਹਿੰਦੇ ਆ ਰੇਟਸ ਵਧਣੇ ਸ਼ੁਰੂ ਹੋ ਜਾਣੇ ਆ, ਸੋ ਇਸ ਵਕਤ ਜ਼ਿਆਦਾ ਬੈਟਰ ਆਪਸ਼ਨਸ ਹੈਗੇ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਮਾਰਕੀਟ 'ਚ ਡਰ ਦੀ ਸਥਿਤੀ ਕ੍ਰੀਏਟ ਕੀਤੀ ਜਾ ਰਹੀ ਹੈ। ਮੈਂ ਜੀ ਇਹ ਗੱਲ ਅਕਸਰ ਸੁਣਦੇ ਹੋਵੋਗੇ, ਟਿਕਟੌਕ ਤੇ ਵੀ ਕਿਸੇ ਨੇ ਪਾਈ ਹੋਈ ਸੀ ਵੀ ਘਰਾਂ ਦੀਆਂ ਕੀਮਤਾਂ ਉੱਤੇ ਚਲੇ ਗਈਆਂ, ਰੀਅਲਟਰ ਦੀ ਗਲਤੀ ਹੈ। ਘਰਾਂ ਦੀਆਂ ਕੀਮਤਾਂ ਥੱਲੇ ਚਲੀਆਂ ਗਈਆਂ, ਉਹ ਰੀਅਲਟਰ ਦੀ ਗਲਤੀ। ਗੱਲ ਕਰਾਂਗੇ ਆਪਾਂ, ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ ਜੀ, ਕੈਨੇਡਾ ਤੋਂ ਬੋਲਦੇ ਤੁਸੀਂ? ਹਾਂਜੀ, ਅਸੀਂ ਪੁੱਛਣਾ ਸੀ ਵੀ ਜਿਹੜੀ ਬਾਹਰੋਂ ਜਿਹੜੇ ਉਹਨਾਂ ਨੇ ਟੈਕਸ ਫ੍ਰੀ ਕਰਤਾ, ਜਿਹੜੇ ਬਾਹਰੋਂ ਆ ਕੇ ਬਾਹਰ ਲੈਂਦੇ, ਬਾਹਰੋਂ ਮਕਾਨ ਲੈ ਕੇ ਲੈਂਦੇ ਸੀ, ਜਿਹੜੇ ਬਾਹਰੋਂ ਆ ਕੇ ਮਕਾਨ ਲੈਂਦੇ ਸੀ, ਸਟੇਟਸ ਕੀ ਹੈ ਜੀ ਤੁਹਾਡਾ, ਇਹ ਪੁੱਛ ਸਕਦੇ ਹਾਂ ਕੈਨੇਡਾ ਵਿੱਚ? ਉਹਨਾਂ ਦਾ ਵੀ ਅੱਗੇ ਬਾਹਰੋਂ ਆ ਕੇ ਮਕਾਨ ਖਰੀਦਦੇ, ਉਹਨਾਂ ਟੈਕਸ ਲਾਦਾ, ਉਹ ਟੈਕਸ ਮਾਫ ਕੀਤਾ ਵਾ? ਹਾਂ, ਮਤਲਬ ਬਾਹਰੋਂ ਤੁਸੀਂ ਕੈਨੇਡਾ ਵਿੱਚ ਰਹਿ ਰਹੇ ਹੋ ਇਸ ਵਕਤ, ਜਾਂ ਸਿਰਫ ਬਾਹਰੋਂ ਆ ਕੇ ਕੈਨੇਡਾ 'ਚ ਕੱਲੀ ਪ੍ਰਾਪਰਟੀ ਉਹ ਲੈਣਾ ਚਾਹੁੰਦੇ ਹੋ? ਅਸੀਂ ਤਾਂ ਕੈਨੇਡਾ 'ਚ ਰਹਿ ਰਹੇ ਹਾਂ, ਮੈਂ ਪੁੱਛਣਾ ਸੀ ਬਾਹਰਲਾ ਪੁੱਛਣਾ ਸੀ। ਫੋਰਨ ਬਾਇਰਸ ਟੀਵੀ ਸਕਰੀਨ ਤੇ ਆਂਸਰ ਦਈਏ? ਠੀਕ ਹੈ ਜੀ, ਤੁਸੀਂ ਟੀਵੀ ਸਕਰੀਨ ਤੇ ਆਂਸਰ ਸੁਣ ਸਕਦੇ ਹੋ। ਥੈਂਕ ਯੂ ਸੋ ਮਚ ਕਾਲ ਕਰਨ ਦੇ ਲਈ। ਥੈਂਕ ਯੂ ਜੀ। ਜੀ ਸਰ, ਕਾਲ ਕਰਨ ਦਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਫੋਰਨ ਬਾਇਰਸ ਬਾਰੇ ਅਸੀਂ ਪਿਛਲੇ ਪ੍ਰੋਗਰਾਮਾਂ 'ਚ ਵੀ ਗੱਲ ਕੀਤੀ ਸੀਗੀ। ਜੇ ਤੁਹਾਡੇ ਕੋਲ ਇੱਥੇ ਵਰਕ ਪਰਮਿਟ ਹੈਗਾ ਆ ਔਰ ਉਹ 6 ਮਹੀਨੇ ਦੀ ਵੈਲਿਡਿਟੀ ਉਹਦੀ ਹਜੇ ਹੈਗੀ ਆ, ਤਾਂ ਤੁਹਾਨੂੰ ਜਿਹੜਾ ਬੈਨ ਸੀਗਾ ਉਹ ਤੁਹਾਡੇ ਤੇ ਇਫੈਕਟ ਨਹੀਂ ਕਰੇਗਾ, ਭਾਵ ਤੁਸੀਂ ਪ੍ਰਾਪਰਟੀ ਖਰੀਦ ਸਕਦੇ ਹੋ। ਈਵਨ ਜੇ ਤੁਸੀਂ ਇੱਥੇ ਸਟੂਡੈਂਟ ਹੋ ਜਾਂ ਤੁਸੀਂ ਉਸ ਪ੍ਰੋਸੈਸ ਦੇ ਵਿੱਚ ਹੋ ਕਿ ਹਜੇ ਤੁਹਾਡੀ PR ਨਹੀਂ ਆਈ ਹੈਗੀ, ਤੁਸੀਂ ਪ੍ਰਾਪਰਟੀ ਬਾਏ ਕਰ ਸਕਦੇ ਹੋ। ਫੋਰਨ ਬਾਇਰ ਟੈਕਸ ਜਿਹੜਾ ਉਹ ਤੁਹਾਨੂੰ ਲੱਗ ਜਾਏਗਾ, ਲੇਕਿਨ ਉਹ ਜੇ ਇੱਕ ਸਰਟਨ ਪੀਰੀਅਡ, ਮੇਰੇ ਖਿਆਲ ਦੇ ਵਿੱਚ ਉਹ 2 ਸਾਲ ਦਾ ਕਿ 3 ਸਾਲ ਦਾ ਪੀਰੀਅਡ ਹੈ, ਜਦੋਂ ਤੁਹਾਡਾ ਵੈਲਿਡ ਸਟੇਟਸ ਹੋ ਜਾਂਦਾ ਹੈ ਤਾਂ ਉਹ ਟੈਕਸ ਤੁਹਾਨੂੰ ਵਾਪਸ ਮਿਲ ਜਾਏਗਾ। ਦੂਸਰੀ ਗੱਲ ਰਹੀ ਕਿ ਜਿਹੜੇ ਫੋਰਨ ਬਾਇਰ ਸੀਗੇ, ਇੰਡੀਵਿਜੂਅਲਸ ਵਾਸਤੇ ਉਹ ਬੈਨ ਸਟਿਲ ਇਨ ਪਲੇਸ ਹੈਗਾ ਆ, ਲੇਕਿਨ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਜਿਹੜੀਆਂ ਡਿਵੈਲਪਮੈਂਟ ਕਰਦੀਆਂ, ਜਿਨ੍ਹਾਂ ਨੇ ਲੈਂਡ ਜਿਹੜੀ ਆ ਉਹ ਡਿਵੈਲਪਮੈਂਟ ਪਰਪਸ ਵਾਸਤੇ ਲੈਣੀ ਹੈ, ਕਿਉਂਕਿ ਜਿਹੜੇ ਵੱਡੇ ਵੱਡੇ ਪ੍ਰੋਜੈਕਟ ਨੇ ਜੀ ਉਹ ਫੋਰਨ ਕੋਲੈਬੋਰੇਸ਼ਨ ਤੋਂ ਬਿਨਾ ਜਿਹੜੇ ਨੇ ਚੱਲਣੇ ਬੜੇ ਅਸੰਭਵ ਹੁੰਦੇ ਨੇ। ਸੋ ਸਰਕਾਰਾਂ ਨੂੰ ਬਿਲਡਰ ਲੌਬੀ ਦਾ ਇਹ ਪ੍ਰੈਸ਼ਰ ਸੀਗਾ, ਸੋ ਉਹਨਾਂ ਨੇ ਇਹ ਅਲਾਉ ਕਰ ਦਿੱਤਾ ਕਿ ਜੇ ਕੋਈ ਫੋਰਨ ਕਾਰਪੋਰੇਸ਼ਨ ਜਿਹਦਾ ਪਹਿਲਾਂ ਉਹਨਾਂ ਨੇ ਲਿਮਿਟ ਰੱਖੀ ਸੀਗੀ ਕਿ 3% ਦੀ ਓਨਰਸ਼ਿਪ ਕੈਨੇਡੀਅਨ ਕਾਰਪੋਰੇਸ਼ਨ ਦੇ ਵਿੱਚ ਹੋਵੇ, ਤੇ ਉਹ 3% ਤੱਕ ਸੀਗੀ ਲਿਮਿਟ, ਲੇਕਿਨ ਹੁਣ ਉਹ ਵਧਾ ਕੇ 10% ਕਰ ਦਿੱਤੀ ਗਈ ਹੈ। ਸੋ ਇਨਸੈਂਟਿਵਸ ਕਾਫੀ ਦਿੱਤੇ ਗਏ ਨੇ। ਤੇ ਜੇ ਤੁਹਾਡਾ ਸਵਾਲ ਇਹੀ ਸੀਗਾ ਕਿ ਫੋਰਨ ਬਾਇਰਸ ਬਾਏ ਕਰ ਸਕਦੇ ਨੇ ਕਿ ਨਹੀਂ, ਫੋਰਨ ਬਾਇਰਸ ਇੰਡੀਵਿਜੂਅਲੀ ਪ੍ਰਾਪਰਟੀ ਨਹੀਂ ਬਾਏ ਕਰ ਸਕਦੇ, ਕਾਰਪੋਰੇਸ਼ਨ ਬਾਏ ਕਰ ਸਕਦੇ ਨੇ, ਲੇਕਿਨ ਫੋਰਨ ਬਾਇਰਸ ਜਿਹੜੇ ਕੈਨੇਡਾ ਦੇ ਵਿੱਚ ਨੇ ਔਰ ਵਰਕ ਪਰਮਿਟ ਦੀ 6 ਮੰਥਸ ਦੀ ਉਹਨਾਂ ਦੀ 6 ਮਹੀਨਿਆਂ ਦੀ ਵੈਲਿਡਿਟੀ ਹੈਗੀ ਆ, ਉਹ ਡੈਫੀਨਿਟਲੀ ਪ੍ਰਾਪਰਟੀ ਬਾਏ ਕਰ ਸਕਦੇ। ਮਤਲਬ ਜੇ ਤੁਸੀਂ ਕੈਨੇਡਾ 'ਚ ਰਹਿੰਦੇ, ਤੁਹਾਡੇ ਕੋਲ SIN ਨੰਬਰ ਹੈਗਾ ਆ ਤਾਂ ਤੁਸੀਂ ਬਾਏ ਕਰ ਸਕਦੇ ਹੋ। ਬਿਲਕੁਲ ਜੀ, ਬਿਲਕੁਲ। ਰੀਅਲਟਰਸ ਤੇ ਦੂਸ਼ਣਬਾਜ਼ੀ ਦੀ ਗੱਲ ਕਰ ਰਹੀ ਸੀ। ਮੈਂ ਤੁਹਾਡੇ ਕੁਐਸਚਨ ਦੇ ਵਾਪਸ ਆਉਣਾ ਜੀ ਕਿ ਜਿਹੜਾ ਤੁਸੀਂ ਕਹਿੰਦੇ ਹੋ ਕਿ ਰੀਅਲਟਰਸ ਮਤਲਬ ਡਰਾ ਕੇ ਘਰ ਮਿਲਦੇ ਆ, ਉਹਦੇ 'ਚ ਮੈਨੂੰ ਇਹ ਲੱਗਦਾ ਤਰਨ ਜੀ, ਦੇਖੋ ਮੈਂ ਕਿਸੇ ਵੀ ਇੰਡੀਵਿਜੂਅਲ ਤੇ ਜਾਂ ਕਿਸੇ ਬਾਰੇ ਕਮੈਂਟ ਨਹੀਂ ਕਰਨਾ ਚਾਹੁੰਦਾਗਾ। ਮੈਂ ਇੱਕ ਗੱਲ ਜ਼ਰੂਰ ਕਹਿੰਦਾ ਕਿ ਕਿਸੇ ਵੀ ਰੀਅਲਟਰ ਨੂੰ ਕਿਸੇ ਨੂੰ ਡਰਾਉਣ ਦੀ ਲੋੜ ਨਹੀਂ ਹੈ। ਦਾ ਰੀਜ਼ਨ, ਉਹਦਾ ਕਾਰਨ ਕੀ ਆ? ਹੁਣ ਕੋਈ ਫਸਟ ਟਾਈਮ ਬਾਇਰ ਹੈ ਜੀ, ਫਸਟ ਟਾਈਮ ਬਾਇਰ ਮੈਂ ਹਮੇਸ਼ਾ ਇੱਕ ਗੱਲ ਕਹਿੰਦਾ ਆ ਰਿਹਾ ਜੀ ਕਿ ਜਦੋਂ ਵੀ ਉਹ ਮਾਰਕੀਟ 'ਚ ਐਂਟਰ ਕਰ ਸਕਦੇ ਨੇ, ਜੋ GTA 'ਚ ਐਂਟਰ ਕਰਨਾ ਚਾਹੁੰਦੇ ਆ, GTA ਤੋਂ ਬਾਹਰ ਦੀ ਮਾਰਕੀਟ ਬਾਰੇ ਮੈਂ ਕਦੇ ਕੋਈ ਕਮੈਂਟ ਨਹੀਂ ਕੀਤਾ। GTA ਦੀ ਮਾਰਕੀਟ ਬਾਰੇ ਮੈਂ ਗੱਲ ਕਰਦਾ ਕਿ ਜੇ ਉਹ ਐਂਟਰ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਜਿਹੜੀ ਵੀ ਮਰਜ਼ੀ ਮਾਰਕੀਟ ਦੀ ਸਾਈਕਲ ਹੋਵੇ ਉਹਨਾਂ ਨੂੰ ਐਂਟਰ ਕਰਨਾ ਚਾਹੀਦਾ, ਚਾਹੇ ਉਹ ਸਾਈਕਲ ਉੱਪਰ ਆ ਚਾਹੇ ਉਹ ਸਾਈਕਲ ਥੱਲੇ ਆ, ਚਾਹੇ ਉਹ ਬਾਇਰਸ ਮਾਰਕੀਟ ਆ ਚਾਹੇ ਉਹ ਸੈਲਰਸ ਮਾਰਕੀਟ ਆ। ਜਦੋਂ ਵੀ ਉਹ ਅਫੋਰਡ ਕਰ ਸਕਦੇ ਨੇ ਉਹਨਾਂ ਨੂੰ ਐਂਟਰ ਕਰਨਾ ਚਾਹੀਦਾ। ਉਹਦੇ ਰੀਜ਼ਨਸ ਨੇ ਅਸੀਂ ਇਹ ਗੱਲ ਕਿਉਂ ਕਹਿੰਦੇ ਆ ਕਿ ਜਦੋਂ ਵੀ ਉਹ ਮਾਰਕੀਟ 'ਚ ਐਂਟਰ ਕਰਦੇ ਨੇ ਜੀ, ਚਾਹੇ ਉਹ ਮਾਰਕੀਟ ਉੱਪਰ ਜਾ ਰਹੀ ਹੈ, ਚਾਹੇ ਉਹ ਮੰਨ ਲਓ ਮਾਰਕੀਟ ਥੋੜਾ ਜਿਹਾ ਉੱਪਰ ਵੀ ਆ ਜੀ ਕਿਸੇ ਟਾਈਮ ਤੇ,
ਬਟ ਜੇ ਉਹਨਾਂ ਨੂੰ ਉਹਨਾਂ ਦੀ ਰਿਕੁਆਇਰਮੈਂਟ ਦੇ ਮੁਤਾਬਕ ਘਰ ਮਿਲ ਰਿਹਾ ਤਾਂ ਉਹਨਾਂ ਨੂੰ ਉਹਦੇ 'ਚ ਐਂਟਰ ਕਰਨਾ ਚਾਹੀਦਾ ਜੀ। ਨੰਬਰ 2 ਤੇ ਦੂਜੀ ਗੱਲ ਇਹ ਹੈ ਕਿ ਉਹ ਆਪਣੀ ਮੌਰਗੇਜ ਪੇ ਆਫ ਕਰਨੀ ਸ਼ੁਰੂ ਕਰਨਗੇ ਰਾਦਰ ਦੈਨ ਰੈਂਟ ਪੇ ਕਰਨ ਦੀ ਬਜਾਏ ਜੀ। ਜੇ ਮੰਨ ਲਓ ਮਾਰਕੀਟ ਥੱਲੇ ਹੈ ਜੀ ਤਾਂ ਉਹ ਉਹਨਾਂ ਦੀ ਹੋਰ ਐਡਵਾਂਟੇਜ ਆ, ਚਲੋ ਉਹਨਾਂ ਨੇ ਘਰ ਥੋੜਾ ਜਿਹਾ ਸਸਤਾ ਮੰਨ ਲਓ ਜਿਵੇਂ ਕਹਿ ਲਓ ਖਰੀਦ ਲਿਆ। ਬਟ ਜੇ ਆਪਾਂ ਹਿਸਟਰੀ ਦੇਖੀਏ ਕੈਨੇਡਾ ਦੀ, ਇੱਕ ਟਾਈਮ ਤੇ ਆਪਾਂ ਤਰਨ ਜੀ ਆਪਣੇ ਪ੍ਰੋਗਰਾਮ ਦੇ ਵਿੱਚ ਚਾਰਟ ਡਿਸਕਸ ਕੀਤਾ ਸੀ ਪਿਛਲੇ 50 ਸਾਲ ਦਾ GTA ਦੀ ਮਾਰਕੀਟ ਦਾ, ਔਰ ਉਹਦੇ ਚ ਆਪਾਂ ਇੱਕ ਗੱਲ ਕੀਤੀ ਸੀ ਕਿ ਤੁਸੀਂ ਕੋਈ ਵੀ 5-7 ਸਾਲ ਦੀ ਸਾਈਕਲ ਪਿਕ ਕਰ ਲਓ, ਉਹਦੇ ਚ ਮਾਰਕੀਟ ਥੱਲੇ ਉੱਤੇ ਆ ਕੇ ਫਿਰ ਬੈਲੈਂਸ ਹੋ ਜਾਂਦੀ ਆ। ਜੇ ਅੱਜ ਤੁਸੀਂ ਉੱਪਰ ਮਾਰਕੀਟ ਚ ਖਰੀਦਿਆ ਜਾਂ ਥੱਲੜੀ ਮਾਰਕੀਟ ਚ ਖਰੀਦਿਆ, ਤੁਸੀਂ ਆਪਣੇ ਲਾਈਫ ਸਪੈਨ ਦੇ ਵਿੱਚ 2-3 ਘਰ ਚੇਂਜ ਕਰਦੇ ਹੋ, ਇੱਥੇ ਤੁਸੀਂ ਦੇਖੋਗੇ ਤੁਸੀਂ ਇੱਕ ਬੈਲੈਂਸਡ ਆਊਟ ਹੀ ਰਹੋਗੇ, ਇੱਕ ਥੋੜੀ ਸਟੱਡੀ ਗਰੋਥ ਹੋਏਗੀ ਤੁਹਾਡੀ ਪ੍ਰਾਪਰਟੀ ਦੀ। ਸੋ ਇਸ ਕਰਕੇ ਕਦੇ ਵੀ ਕਿਸੇ ਰੀਅਲਟਰ ਨੂੰ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਕੋਈ ਡਰਾ ਕੇ ਡਿਸੀਜਨ ਕਰਾਉਣ ਦੀ ਲੋੜ ਆ। ਫਸਟ ਟਾਈਮ ਬਾਇਰ ਪਾਰਟ ਕਲੀਅਰ ਹੋ ਗਿਆ ਜੀ। ਦੂਜਾ ਹੁਣ ਇਹ ਨੇ ਕਿ ਜਿਹੜੇ ਸੈਕੰਡ ਟਾਈਮ ਬਾਇਰਸ ਨੇ ਜਾਂ ਥਰਡ ਟਾਈਮ ਬਾਇਰਸ ਨੇ, ਉਹ ਜੇ ਮਾਰਕੀਟ ਦੇ ਵਿੱਚ ਬਾਏ ਮਹਿੰਗਾ ਖਰੀਦ ਆਪ ਸੈਲ ਮਹਿੰਗਾ ਕਰਦੇ ਨਹੀਂ ਤਾਂ ਖਰੀਦਦੇ ਵੀ ਮਾਰਕੀਟ ਦੇ ਵਿੱਚ ਮਹਿੰਗਾ ਨਹੀਂ। ਜੋ ਮਾਰਕੀਟ ਦੇ ਵਿੱਚ ਸਸਤਾ ਵੇਚਦੇ ਨੇ ਤਾਂ ਖਰੀਦਦੇ ਵੀ ਸਸਤਾ ਨੇ ਜੀ। ਉਹਨਾਂ ਦੇ ਲਈ ਮਾਰਕੀਟ ਦਾ ਕੋਈ ਬਹੁਤ ਲੰਬਾ ਚੌੜਾ ਇੰਪੈਕਟ ਨਹੀਂ ਹੁੰਦਾ। ਯੈਸ, ਥੋੜਾ ਬਹੁਤ ਇੰਪੈਕਟ ਹੁੰਦਾ ਕਿ ਹੁਣ ਆਪਾਂ ਮਾਰਕੀਟ ਉੱਪਰ ਜਾ ਰਹੀ ਹੈ ਜੀ। ਮੰਨ ਲਓ ਹੁਣ ਉਹਨਾਂ ਨੇ ਉੱਪਰ ਚੜ੍ਹਦੀ ਹੋਈ ਮਾਰਕੀਟ ਦੇ ਵਿੱਚ ਡਾਊਨ ਸਾਈਜ਼ ਕਰਨਾ ਵਾ ਜੀ, ਉਹਨਾਂ ਨੇ ਘਰ ਆਪਣਾ ਮਹਿੰਗਾ ਵੇਚਤਿਆ, ਉਹਨਾਂ ਨੂੰ ਜਿਹੜਾ ਥੱਲੇ ਲੈਣ ਵਾਲਾ ਉਹ ਥੋੜਾ ਜਿਹਾ ਸਸਤਾ ਮਿਲ ਗਿਆ। ਇਹ ਚੀਜ਼ਾਂ ਨੂੰ ਕੋਈ ਡਿਫਾਈਨ ਕਰਨਾ ਬੜਾ ਔਖਾ ਕਿ ਹਾਂ ਜੀ ਮੈਂ ਇੱਥੇ 20,000 ਦਾ ਵੱਧ ਫਾਇਦਾ ਲੈ ਗਿਆ ਜਾਂ ਇੱਥੇ ਮੈਂ 30,000 ਦਾ ਵੱਧ ਫਾਇਦਾ ਲੈ ਗਿਆ। ਇਹ ਚੀਜ਼ ਨੂੰ ਡਿਫਾਈਨ ਕਰਨਾ ਬੜਾ ਔਖਾ, ਕਿਉਂਕਿ ਹਰ ਪ੍ਰਾਪਰਟੀ ਦੀ ਤੁਹਾਡੀ ਇੱਕ ਆਪਣੀ ਇੰਡੀਵਿਜੂਅਲ ਪ੍ਰੈਫਰੈਂਸ ਆ। ਕਈ ਵਾਰ ਤੁਹਾਨੂੰ ਕੋਈ ਪ੍ਰਾਪਰਟੀ ਚੰਗੀ ਲੱਗਦੀ ਆ, ਤੁਹਾਨੂੰ ਕੋਈ ਲੋਕੇਸ਼ਨ ਸੂਟ ਕਰ ਰਹੀ ਹੁੰਦੀ, ਤੁਸੀਂ ਵੈਸੇ ਹੀ ਉਹਦਾ 50-60,000 ਪ੍ਰਾਈਸ ਵੱਧ ਪੇ ਕਰ ਜਾਂਦੇ ਹੋ ਕਿਉਂਕਿ ਤੁਹਾਡੀ ਰਿਕੁਆਇਰਮੈਂਟ ਸੂਟ ਕਰਦੀ ਆ। ਸੋ ਇਹ ਜੇ ਕੋਈ ਰੀਅਲਟਰਸ ਦੀ ਕੋਈ ਹੈ ਜੀ ਅਪਰੋਚ ਹੈ ਤਾਂ ਮੇਰੇ ਹਿਸਾਬ ਨਾਲ ਉਹ ਗਲਤ ਅਪਰੋਚ ਆ ਜੀ। ਮਤਲਬ ਕਿਸੇ ਨੂੰ ਵੀ ਕੋਈ ਇਸ ਨੂੰ ਡਰਾ ਕੇ ਕੋਈ ਡਿਸੀਜਨ ਕਰਾਉਣ ਦੀ ਲੋੜ ਨਹੀਂ, ਸਿਰਫ ਤੇ ਸਿਰਫ ਲੋਕਾਂ ਨੂੰ ਰਾਈਟ ਇਨਫੋਰਮੇਸ਼ਨ ਦੇਣ ਦੀ ਜ਼ਰੂਰਤ ਜੀ। ਦੂਸਰੀ ਗੱਲ ਇਹ ਹੈਗੀ ਹੈ ਜੀ ਕਿ ਬਾਇਰ ਦੀ, ਜਿਵੇਂ ਪ੍ਰਵੀਨ ਜੀ ਨੇ ਕਿਹਾ ਕਿ ਜੇ ਬਾਇਰ ਰੈਡੀ ਹੈ ਤਾਂ ਮਾਰਕੀਟ ਠੀਕ ਹੀ ਠੀਕ ਹੈ। ਕੋਈ ਵੀ ਘਰ ਜਿਹੜਾ ਆ ਜੀ ਉਹ ਪਰਫੈਕਟ ਘਰ ਹੋ ਨਹੀਂ ਸਕਦਾ, ਬਿਲਕੁਲ, ਕਿਉਂਕਿ ਕਿਸੇ ਘਰ ਦੇ ਵਿੱਚ 2-3 ਚੀਜ਼ਾਂ ਨੇ ਜਿੱਥੇ ਤੁਹਾਨੂੰ ਕੰਪਰੋਮਾਈਜ਼ ਕਰਨਾ ਪੈ ਸਕਦਾ ਹੈ। ਜਾਂ ਤਾਂ ਤੁਸੀਂ ਉਹਦੀ ਲੋਕੇਸ਼ਨ ਤੇ ਕੰਪਰੋਮਾਈਜ਼ ਕਰੋਗੇ, ਜਾਂ ਘਰ ਦੀ ਕੰਡੀਸ਼ਨ ਤੇ ਕੰਪਰੋਮਾਈਜ਼ ਕਰੋਗੇ, ਜਾਂ ਫਿਰ ਘਰ ਦੀ ਪ੍ਰਾਈਸ ਤੇ ਕੰਪਰੋਮਾਈਜ਼ ਕਰੋਗੇ। ਕਿਤੇ ਨਾ ਕਿਤੇ ਬੈਲੈਂਸ ਤੁਹਾਨੂੰ ਕਰਨਾ ਹੀ ਪਏਗਾ। ਕੋਈ ਦੁਨੀਆ ਤੇ ਅਨਲੈਸ ਤੁਸੀਂ ਕਸਟਮ ਬਿਲਟ ਬਣਾ ਲਓ, ਜਦੋਂ ਕਸਟਮ ਬਿਲਟ ਬਣਾ ਲਈਦਾ ਫਿਰ ਵੀ ਬੰਦਾ ਕਹਿੰਦਾ ਯਾਰ ਆਹ ਜਿਹੜੀ ਚੀਜ਼ ਹੈ ਨਾ ਮੈਂ ਇਦਾਂ ਨਹੀਂ ਇਦਾਂ ਕਰਨੀ ਸੀ ਤੇ ਫਿਰ ਵਧੀਆ ਹੋਣੀ ਸੀ। ਇਵਨ ਕਸਟਮ ਬਿਲਟ ਬਣਾ ਕੇ ਵੀ ਬਾਅਦ ਚੋਂ ਯਾਦ ਆਉਂਦਾ ਵੀ ਇਹ ਵੀ ਨਹੀਂ ਪਰਫੈਕਟ ਘਰ ਹੈਗਾ। ਬਿਲਕੁਲ। ਸੋ ਕੋਈ ਪਰਫੈਕਟ ਵਰਲਡ ਨਹੀਂ ਹੈ, ਪਰਫੈਕਟ ਵਰਲਡ ਨਹੀਂ ਹੈਗਾ। ਜਦੋਂ ਤੁਸੀਂ ਰੈਡੀ ਹੋ, ਮਾਰਕੀਟ ਰੈਡੀ ਹੈ ਤੁਹਾਡੇ ਵਾਸਤੇ। ਬਿਲਕੁਲ। ਸਮਾਂ ਹੁਣ ਇਜਾਜ਼ਤ ਲੈਣ ਦਾ ਹੋ ਰਿਹਾ, ਮੇਰੇ ਵੱਲੋਂ ਕੁਝ ਰਹਿ ਗਿਆ ਹੋਵੇ ਪੁੱਛਣਾ ਜਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਅਖੀਰ 'ਚ ਕੁਝ ਕਹਿਣਾ ਚਾਹੁੰਦੇ ਹੋ ਤਾਂ ਜ਼ਰੂਰ ਪਲੀਜ਼। ਮੈਂ ਤਰਨਜੀਤ ਇੱਕ ਇਹ ਗੱਲ ਕਹਿਣੀ ਚਾਹਾਂਗਾ ਕਿ ਜੋ ਅੱਜ ਦੀ ਮਾਰਕੀਟ ਚੱਲ ਰਹੀ ਹੈ ਜੀ, ਦੇਖੋ ਜਿਹੜੀ ਰੀਸੇਲ ਦੀ ਮਾਰਕੀਟ ਆ, ਰੀਸੇਲ ਦੀ ਮਾਰਕੀਟ ਦਾ ਮੈਂ ਜਿਸ ਤਰ੍ਹਾਂ ਦਰਸ਼ਕਾਂ ਨਾਲ ਗੱਲ ਸਾਂਝੀ ਕੀਤੀ ਹੈ ਕਿ ਇਨਵੈਂਟਰੀ ਘੱਟ ਆ, ਸਪਲਾਈ ਘੱਟ ਆ, ਡਿਮਾਂਡ ਜ਼ਿਆਦਾ। ਇਹ ਚੈਲੰਜ ਆ ਜਿਹੜਾ ਮੈਨੂੰ ਆਉਣ ਵਾਲੇ ਟਾਈਮ 'ਚ ਵੀ ਨਜ਼ਰ ਆ ਰਿਹਾ। ਜੇ ਮੰਨ ਲਓ ਕਿਸੇ ਵੀ ਕਾਰਨ ਕਰਕੇ ਕੋਈ ਵੀ ਆਦਮੀ ਮਾਰਕੀਟ ਦੇ ਵਿੱਚ ਆਪਣੀ ਰਿਕੁਆਇਰਮੈਂਟ ਦੇ ਮੁਤਾਬਕ ਘਰ ਨਹੀਂ ਲੱਭ ਪਾ ਰਿਹਾ ਜਾਂ ਉਹ ਮਾਰਕੀਟ 'ਚ ਐਂਟਰ ਨਹੀਂ ਕਰ ਪਾ ਰਿਹਾ, ਜੇ ਕੋਈ ਮੰਨ ਲਓ ਫਸਟ ਟਾਈਮ ਬਾਇਰ ਹੈ ਜਾਂ ਕੋਈ ਇਨਵੈਸਟਰ ਆ ਉਹ ਇਨਵੈਸਟ ਨਹੀਂ ਕਰ ਪਾ ਰਿਹਾ ਉਹ ਮਾਰਕੀਟ ਦੇ ਵਿੱਚ, ਤਾਂ ਮੈਂ ਇਹ ਗੱਲ ਪਹਿਲਾਂ ਵੀ ਬੜੀ ਵਾਰ ਕਹੀ ਆ, ਹੁਣ ਵੀ ਮੈਂ ਬਾਰ-ਬਾਰ ਕਹਿ ਰਿਹਾ ਕਿ ਇਹ ਕੁਝ ਥੋੜਾ ਜਿਹਾ ਟਾਈਮ ਹੀ ਆ ਮਾਰਕੀਟ ਦਾ ਕਿ ਜਿਹਦੇ ਵਿੱਚ ਤੁਸੀਂ ਕੁਝ ਮਾਰਕੀਟ ਦਾ ਐਡਵਾਂਟੇਜ ਲੈ ਸਕਦੇ ਹੋ। ਉਹ ਐਡਵਾਂਟੇਜ ਤੁਸੀਂ ਇਹ ਲੈ ਸਕਦੇ ਹੋ ਮਾਰਕੀਟ ਦਾ ਕਿ ਜਿਹੜੀਆਂ ਪ੍ਰੀ ਕੰਸਟਰਕਸ਼ਨ ਵਾਲੀਆਂ ਆਪਸ਼ਨਾਂ ਨੇ ਉਹ ਮਾਰਕੀਟ ਦੇ ਵਿੱਚ ਅਵੇਲੇਬਲ ਨੇ। ਸੋ ਟੇਕ ਦਾ ਐਡਵਾਂਟੇਜ ਆਫ ਉਹਨਾਂ ਦਾ, ਤੁਸੀਂ ਐਡਵਾਂਟੇਜ ਲਓ। ਜਿਹੜੀਆਂ ਪ੍ਰੀ ਕੰਸਟਰਕਸ਼ਨ ਵਾਲੀਆਂ ਆਪਸ਼ਨਸ ਨੇ ਉਹਨਾਂ ਦੇ ਬਹੁਤ ਵਧੀਆ ਇਨਸੈਂਟਿਵ ਨੇ ਅੱਜ ਮਾਰਕੀਟ ਦੇ ਵਿੱਚ ਅਵੇਲੇਬਲ, ਉਹਨਾਂ ਦਾ ਐਡਵਾਂਟੇਜ ਜ਼ਰੂਰ ਲਓ ਤੁਸੀਂ, ਕਿਉਂਕਿ ਇਹ ਵੀ ਕੁਝ ਟਾਈਮ ਤੱਕ ਹੀ ਨੇ। ਇਸ ਤੋਂ ਬਾਅਦ ਕੀ ਹੋਏਗਾ ਇਹ ਵੀ ਤੁਹਾਨੂੰ ਆਪਸ਼ਨਾਂ ਨੇ ਜਿਹੜੀਆਂ ਉਹ ਨਹੀਂ ਮਿਲਣਗੀਆਂ। ਸ਼ਮਸ਼ੇਰ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਜਿਵੇਂ ਕਿ ਅਸੀਂ ਹਰ ਵਾਰ ਤੁਹਾਨੂੰ ਇਹ ਅਪੀਲ ਕਰਦੇ ਹਾਂ ਕਿ ਤੁਹਾਡਾ ਰੀਅਲ ਸਟੇਟ ਸੰਬੰਧੀ ਕੋਈ ਵੀ ਸਵਾਲ ਹੋਵੇ, ਚਾਹੇ ਉਹ ਪ੍ਰੀ ਕੰਸਟਰਕਸ਼ਨ ਰੀਅਲ ਸਟੇਟ ਬਾਰੇ ਹੋਵੇ, ਚਾਹੇ ਰੀਸੇਲ ਰੀਅਲ ਸਟੇਟ ਬਾਰੇ ਹੋਵੇ, ਚਾਹੇ ਉਹ ਕਮਰਸ਼ੀਅਲ ਬਾਇੰਗ ਸੈਲਿੰਗ ਬਾਰੇ ਹੋਵੇ, ਤੁਹਾਡਾ ਤੁਸੀਂ ਆਓ ਸਾਡੇ ਨਾਲ ਇੱਕ ਮੀਟਿੰਗ ਕਰੋ। ਮੈਂ ਹਮੇਸ਼ਾ ਇਹ ਕਹਿਣਾ ਹੁੰਦਾ ਕਿ ਤੁਸੀਂ ਕੁਝ ਲੂਜ਼ ਨਹੀਂ ਕਰੋਗੇ। ਸਾਡੇ ਤਜਰਬੇ ਦਾ ਲੰਬਾ ਤਜਰਬਾ ਹੈ ਸਾਡਾ, ਉਹਦਾ ਫਾਇਦਾ ਲੈ ਕੇ ਤੁਸੀਂ ਹਜ਼ਾਰਾਂ ਨਹੀਂ ਲੱਖਾਂ ਡਾਲਰ ਦੀ ਸੇਵਿੰਗ ਕਰੋਗੇ। ਜਦੋਂ ਤੁਸੀਂ ਸਾਡੇ ਕੋਲੋਂ ਉੱਠ ਕੇ ਜਾਓਗੇ, ਡੈਫੀਨਿਟਲੀ ਨੌਲੇਜ ਦਾ ਭੰਡਾਰ ਜਿਹੜਾ ਉਹ ਤੁਹਾਨੂੰ ਅਸੀਂ ਦੇ ਕੇ ਭੇਜਾਂਗੇ।
ਤੁਸੀਂ ਸਾਡੇ ਨਾਲ ਕੰਮ ਕਰਨਾ ਪਸੰਦ ਕਰੋਗੇ ਤੇ ਸਾਨੂੰ ਵੀ ਵਧੀਆ ਲੱਗੇਗਾ। ਜੇ ਤੁਸੀਂ ਨਹੀਂ ਵੀ ਸਾਡੇ ਨਾਲ ਕੰਮ ਕਰਨਾ ਤੇ ਫਿਰ ਵੀ ਬਹੁਤ ਵਧੀਆ ਹੈ ਜੀ। ਥੈਂਕ ਯੂ ਸੋ ਮਚ ਸਾਡੇ ਕੋਲ ਆਉਣ ਲਈ, ਸਾਡੇ ਸਟੂਡੀਓ ਵਿੱਚ ਜਾਣਕਾਰੀ ਦੇਣ ਲਈ ਤੇ ਦਰਸ਼ਕਾਂ ਦੇ ਸਵਾਲਾਂ ਦੇ ਜਵਾਬ ਦੇਣ ਲਈ। ਥੈਂਕ ਯੂ। ਬਹੁਤ ਬਹੁਤ ਧੰਨਵਾਦ। ਸੋ ਦੋਸਤੋ, ਅਸੀਂ ਸਾਡਾ ਪ੍ਰੋਗਰਾਮ ਓਪਨ ਹਾਊਸ ਵਿਦ ਟੀਮ ਅਰੋੜਾ ਦੇ ਨਾਲ ਰੀਅਲ ਸਟੇਟ ਸੰਬੰਧੀ ਕੋਸ਼ਿਸ਼ ਕਰਦੇ ਹੁੰਦੇ ਹਾਂ ਇਸ ਪ੍ਰੋਗਰਾਮ ਵਿੱਚ ਤੁਹਾਨੂੰ ਜਾਣਕਾਰੀ ਦੇ ਸਕੀਏ। ਹੁਣ ਤੁਸੀਂ ਕੰਟੈਕਟ ਕਰਨਾ ਚਾਹੁੰਦੇ ਹੋ ਟੀਮ ਅਰੋੜਾ ਨੂੰ, ਨੀਚੇ ਨੰਬਰਸ ਆ ਰਹੇ ਨੇ, ਇਹਨਾਂ ਨੰਬਰਸ ਦੇ ਉੱਤੇ ਕੰਟੈਕਟ ਕਰ ਸਕਦੇ ਹੋ। ਰੀਅਲ ਸਟੇਟ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਆ ਡਾਇਰੈਕਟਲੀ ਕਾਲ ਕਰ ਸਕਦੇ ਹੋ। ਫਿਲਹਾਲ ਦਿਓ ਇਜਾਜ਼ਤ, ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ। ਧੰਨਵਾਦ। During Vaisakhi, Sikhs around the world celebrate the establishment of the Khalsa. It is a time for faithful rededication to the core Sikh values of Seva, which is selfless service to others. Sikhs use this time to bless others, offering help and hope to those around them. As you continue to carry this inspiring legacy forward with generosity, I extend best wishes to all those celebrating. Happy Vaisakhi. ਕੀ ਮਿਹਨਤ ਕਰਕੇ ਵੀ ਕੁਝ ਨਹੀਂ ਪੈ ਰਿਹਾ ਪੱਲੇ, ਜਾਂ ਫਿਰ ਸੰਘਰਸ਼ ਕਰਨ ਵਿੱਚ ਹੀ ਲੰਘ ਰਹੀ ਹੈ ਜ਼ਿੰਦਗੀ? ਫਿਊਚਰ ਦਾ ਕੀ ਬਣੇਗਾ, ਵਧੀਆ ਬਣੇਗਾ ਕਿ ਨਹੀਂ? ਮੈਂ ਆਪਣੇ ਬੇਟੇ ਦੇ ਕੈਰੀਅਰ ਬਾਰੇ ਪੁੱਛਣਾ ਹੈ। ਬੱਚਿਆਂ ਤੇ ਮਾਪਿਆਂ ਦੇ ਵਿੱਚ ਕਿਉਂ ਵੱਧ ਰਹੀਆਂ ਨੇ ਦੂਰੀਆਂ? ਮੁਸ਼ਕਿਲ ਦੀ ਇਸ ਘੜੀ ਚੋਂ ਨਿਕਲਣ ਲਈ ਕਰ ਸਕਦੇ ਹੋ ਸਿਰਫ ਅਤੇ